ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਚਲਾਏ ਜਾ ਰਹੇ NSKF ਈ-ਲਰਨਿੰਗ ਕੰਟੈਂਟ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਗੁਰਦੀਪ ਸਿੰਘ, ਵੋਕੇਸ਼ਨਲ ਟ੍ਰੇਨਰ ਰਿਟੇਲ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਨਹਿਰੂ ਗਾਰਡਨ ਜਲੰਧਰ ਵਿਖੇ ਪੜ੍ਹਾ ਰਿਹਾ ਹਾਂ। ਅੱਜ ਅਸੀਂ NSKF ਲੈਵਲ 3 4 ਈਅਰ ਪੈਟਰਨ ਜਮਾਤ 11ਵੀਂ ਦੇ ਯੂਨਿਟ 2 ਪ੍ਰਚੂਨ ਮਿਸ਼ਰਤ ਬਾਜ਼ਾਰੀਕਰਨ, ਜਿਹਨੂੰ ਆਪਾਂ ਰਿਟੇਲ ਮਾਰਕੀਟਿੰਗ ਮਿਕਸ ਵੀ ਕਹਿ ਸਕਦੇ ਹਾਂ, ਦੇ ਬਾਰੇ ਪੜ੍ਹਾਂਗੇ। ਇਸ ਵਿੱਚ 5 ਸੈਸ਼ਨ ਹਨ, ਜਿਸ ਦੀ ਵਿਸ਼ਾ ਸੂਚੀ ਦੇ ਵਿੱਚ ਪਹਿਲਾ ਸੈਸ਼ਨ ਹੈ ਜਿਹੜਾ ਉਹ ਵੱਖ-ਵੱਖ ਉਤਪਾਦ ਤੋਂ ਭਾਵ ਹੈ ਕਿ ਪ੍ਰੋਡਕਟ ਮਿਕਸ ਜਿਵੇਂ ਕਿ ਆਪਾਂ ਕਹਿ ਲਈਏ ਕਿ ਕਈ ਤਰ੍ਹਾਂ ਦੇ ਉਤਪਾਦਾਂ ਦੇ ਬਾਰੇ ਇਸ ਵਿੱਚ ਅਸੀਂ ਜਾਣਕਾਰੀ ਲਵਾਂਗੇ। ਇਸ ਯੂਨਿਟ ਦੇ ਵਿੱਚ ਜਿੰਨੇ ਵੀ ਸਾਰੇ ਸੈਸ਼ਨ ਹਨ ਉਹ 7 ਪੀਸ ਦੇ ਆਧਾਰਿਤ ਹਨ। 7 ਪੀਸ ਜਿਵੇਂ ਕਿ ਪ੍ਰੋਡਕਟ, ਪ੍ਰਾਈਸ, ਪ੍ਰਮੋਸ਼ਨ, ਪਲੇਸ, ਪ੍ਰੋਸੈਸ, ਪੀਪਲ ਐਂਡ ਫਿਜ਼ੀਕਲ ਐਵੀਡੈਂਸ। ਇਹਨਾਂ ਨੂੰ 7 ਪੀਸ ਇਸ ਲਈ ਕਿਹਾ ਜਾਂਦਾ ਹੈ ਕਿ ਜਿੰਨੇ ਵੀ ਇਹ ਜਿਹੜੇ ਆਪਣੇ ਤੱਤ ਹਨ, ਜਾਂ ਕਹਿ ਲਓ ਕਿ ਬਾਜ਼ਾਰ ਨੂੰ ਕਹਿ ਲਓ ਕਿ ਮਿਸ਼ਰਤ ਕਰਦੇ ਹਨ, ਉਹਨਾਂ ਦੇ ਜਿਹੜਾ ਸਟਾਰਟਿੰਗ ਹੈ ਉਹ ਪੀ ਤੋਂ ਹੀ ਸ਼ੁਰੂ ਹੁੰਦਾ ਹੈ। ਇਸ ਲਈ ਇਹਨੂੰ 7 ਪੀਸ ਦਾ ਨਾਮ ਵੀ ਦਿੱਤਾ ਗਿਆ ਹੈ ਮਾਰਕੀਟਿੰਗ ਦੇ ਵਿੱਚ। ਅੱਗੇ ਅਸੀਂ ਸੈਸ਼ਨ ਦੂਸਰਾ ਪੜ੍ਹਾਂਗੇ, ਉਸ ਵਿੱਚ ਹੈ ਕਿ ਕੀਮਤਾਂ, ਪ੍ਰਾਈਸ ਮਿਕਸ, ਵੀ ਜਿਹੜੇ ਉਤਪਾਦ ਹਨ ਉਹਨਾਂ ਦੀਆਂ ਕੀਮਤਾਂ ਕਿਵੇਂ ਤੈਅ ਕੀਤੀਆਂ ਜਾਂਦੀਆਂ ਹਨ, ਕਿਹੜੀਆਂ ਵਿਧੀਆਂ ਰਾਹੀਂ ਕੀਮਤਾਂ ਤੈਅ ਕੀਤੀਆਂ ਜਾਂਦੀਆਂ ਹਨ। ਸੈਸ਼ਨ 3 ਦੇ ਵਿੱਚ ਅਸੀਂ ਪੜ੍ਹਾਂਗੇ ਕਿ ਵਿਕਰੀ ਨੂੰ ਵਧਾਉਣ ਦੇ ਕਿਹੜੇ ਯਤਨ ਕੀਤੇ ਜਾਂਦੇ ਹਨ ਪ੍ਰਚੂਨਕਾਰ ਵੱਲੋਂ, ਕਿ ਪ੍ਰਮੋਸ਼ਨ ਕਿਵੇਂ ਕੀਤੀ ਜਾਂਦੀ ਹੈ ਉਤਪਾਦਾਂ ਦੀ। ਅਗਲਾ ਜਿਹੜਾ ਸੈਸ਼ਨ ਹੈ 4, ਉਸ ਵਿੱਚ ਹੈ ਕਿ ਵੱਖ-ਵੱਖ ਸਥਾਨਾਂ ਦਾ ਨਿਰਧਾਰਨ ਕਰਨਾ, ਪਲੇਸ ਮਿਕਸ ਜਿਸ ਨੂੰ ਕਿਹਾ ਜਾਂਦਾ ਹੈ। ਵੱਖ-ਵੱਖ ਸਥਾਨਾਂ ਦੇ ਨਿਰਧਾਰਨ ਤੋਂ ਭਾਵ ਹੈ ਕਿ ਪ੍ਰਚੂਨਕਾਰ ਵੱਲੋਂ ਜਿਹੜੇ ਉਤਪਾਦ ਹੈ ਆਪਣੇ ਪ੍ਰਚੂਨ ਸਟੋਰ ਦੇ ਵਿੱਚ ਰੱਖੇ ਹੋਏ, ਉਹ ਕਿਹੜੀ ਥਾਵਾਂ ਦੇ ਉੱਤੇ ਜਾ ਕੇ ਉਸ ਨੂੰ ਵੇਚ ਸਕਦਾ ਹੈ, ਜਾਂ ਉਹ ਪ੍ਰਚੂਨ ਸਟੋਰ ਕਿੱਥੇ ਸਥਾਪਿਤ ਕਰ ਸਕਦਾ ਹੈ। ਅਗਲਾ ਸੈਸ਼ਨ ਹੈ 5ਵਾਂ, ਜਿਸ ਵਿੱਚ 3 ਪੀ ਕਵਰ ਹੁੰਦੇ ਨੇ: ਪ੍ਰੋਸੈਸ, ਪੀਪਲ ਅਤੇ ਫਿਜ਼ੀਕਲ ਐਵੀਡੈਂਸ। ਪ੍ਰਕਿਰਿਆ, ਲੋਕ ਅਤੇ ਉਤਪਾਦ ਦੀ ਗੁਣਵੱਤਾ ਦਾ ਸਬੂਤ। ਪ੍ਰਕਿਰਿਆ ਦੇ ਬਾਰੇ ਪੜ੍ਹਾਂਗੇ ਕਿ ਇਹ ਸਾਰੀ ਪ੍ਰਕਿਰਿਆ ਕਿਵੇਂ ਹੁੰਦੀ ਹੈ ਪ੍ਰਚੂਨਕਾਰ ਵੱਲੋਂ ਕੀਤੀ ਜਾਂਦੀ ਜਿਹੜੀ ਉਤਪਾਦਾਂ ਨੂੰ ਵੇਚਣ ਦੇ ਲਈ। ਅਗਲਾ ਜਿਹੜਾ ਹੈ ਲੋਕ ਤੋਂ ਭਾਵ ਕਿ ਕਿਹੜੇ ਲੋਕ ਜਾਂ ਪੀਪਲ ਇਸ ਵਿੱਚ ਸ਼ਾਮਲ ਹੁੰਦੇ ਨੇ ਇਸ ਪੂਰੇ ਪ੍ਰੋਸੈਸ ਨੂੰ ਕਰਨ ਦੇ ਲਈ। ਅਗਲਾ ਜਿਹੜੀ ਪੀ ਹੈ ਉਹ ਫਿਜ਼ੀਕਲ ਐਵੀਡੈਂਸ, ਉਸ ਵਿੱਚ ਹੈ ਕਿ ਉਤਪਾਦ ਦੀ ਜਿਹੜੀ ਗੁਣਵੱਤਾ ਦਾ ਸਬੂਤ ਹੈ, ਕਿ ਅਸੀਂ ਗਾਹਕਾਂ ਨੂੰ ਕਿਵੇਂ ਇੱਕ ਉਤਪਾਦ ਦੀ ਗੁਣਵੱਤਾ ਬਾਰੇ ਜਾਣੂ ਕਰਵਾ ਸਕਦੇ ਹਾਂ। ਹੁਣ ਅਸੀਂ ਜਿਹੜਾ ਪਹਿਲਾ ਸੈਸ਼ਨ ਸਟਾਰਟ ਕਰਾਂਗੇ। ਪਹਿਲਾ ਸੈਸ਼ਨ ਹੈ ਕਿ ਵੱਖ-ਵੱਖ ਉਤਪਾਦ, ਪ੍ਰੋਡਕਟ ਮਿਕਸ। ਇਸ ਵਿੱਚ ਕੀ ਹੈ ਕਿ ਵੱਖ-ਵੱਖ ਉਤਪਾਦ ਹੈ ਜਿਹੜੇ ਉਹ ਬਾਜ਼ਾਰ ਵਿੱਚ ਵੇਚਣਾ, ਨਵੇਂ ਉਤਪਾਦਾਂ ਦੇ ਸਿਧਾਂਤ, ਖੋਜ ਅਤੇ ਵਿਕਾਸ ਕਰਨੀ, ਨਵੇਂ ਉਤਪਾਦਾਂ ਦੇ ਲਈ ਉੱਚਤਮ ਦਰਜਾ ਰੱਖਣਾ, ਕਿ ਗੁੱਡ ਕੁਆਲਿਟੀ ਪ੍ਰੋਡਕਟ ਹੋਣੇ ਚਾਹੀਦੇ ਹਨ, ਉਹਦੀ ਪੈਕੇਜਿੰਗ ਦੇ ਵੱਲ ਧਿਆਨ ਦੇਣਾ, ਉਹਦੀ ਲੇਬਲਿੰਗ ਚੰਗੀ ਤਰ੍ਹਾਂ ਹੋਣੀ ਚਾਹੀਦੀ ਹੈ ਆਦਿ, ਅਤੇ ਕੀਮਤਾਂ ਦੀਆਂ ਸਿਧਾਂਤ ਲਾਗੂ ਕਰਨਾ ਸ਼ਾਮਿਲ ਹੈ। ਵੱਖ-ਵੱਖ ਉਤਪਾਦਾਂ ਦੇ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਵਪਾਰੀਕਰਨ ਵੀ ਇਸ ਜਿਹੜਾ ਸੈਸ਼ਨ ਦੇ ਵਿੱਚ ਉਹ ਸ਼ਾਮਿਲ ਹੈ। ਉਤਪਾਦਾਂ ਦੇ ਵਰਗੀਕਰਨ ਰਾਹੀਂ ਵਪਾਰੀ ਆਪਣੇ ਉਤਪਾਦਾਂ ਨੂੰ ਬਾਜ਼ਾਰ ਵਿੱਚ ਵੇਚਣ ਲਈ ਗਾਹਕਾਂ ਦਾ ਧਿਆਨ ਆਪਣੇ ਵੱਲ ਕੇਂਦਰਿਤ ਕਰਦਾ ਹੈ, ਅਤੇ ਵਪਾਰੀ ਆਪਣੇ ਉਤਪਾਦਾਂ ਵੱਲ ਧਿਆਨ ਆਕਰਸ਼ਿਤ ਕਰਨ ਲਈ ਇਹਨਾਂ ਨੂੰ 2 ਕੈਟਾਗਰੀਆਂ ਵਿੱਚ ਵੰਡਦਾ ਹੈ। ਪਹਿਲੀ ਜਿਹੜੀ ਕੈਟਾਗਰੀ ਹੈ ਉਤਪਾਦਾਂ ਦੀ, ਉਹ ਹੈ ਉਪਭੋਗਤਾ ਵੱਲੋਂ ਵਰਤੇ ਜਾਣ ਵਾਲੇ ਪਦਾਰਥ, ਜਿਸ ਨੂੰ ਆਪਾਂ ਕੰਜ਼ਿਊਮਰ ਪ੍ਰੋਡਕਟ ਵੀ ਕਹਿ ਦਿੰਦੇ ਹਾਂ, ਅਤੇ ਦੂਸਰਾ ਹੈ ਵਪਾਰ ਨਾਲ ਸੰਬੰਧਿਤ ਪਦਾਰਥ। ਵਪਾਰ ਨਾਲ ਸੰਬੰਧਿਤ ਪਦਾਰਥਾਂ ਤੋਂ ਭਾਵ ਹੈ ਕਿ ਬਿਜ਼ਨਸ ਪ੍ਰੋਡਕਟ, ਜਿਹੜੇ ਕਿ ਕੰਜ਼ਿਊਮ ਨਹੀਂ ਕੀਤੇ ਜਾਂਦੇ, ਬਟ ਇਹ ਉਹ ਪਦਾਰਥ ਜਾਂ ਪ੍ਰੋਡਕਟ ਹਨ, ਜਿਨ੍ਹਾਂ ਨੂੰ ਇੱਕ ਕੰਪਨੀ ਤੋਂ ਦੂਜੀ ਕੰਪਨੀ ਦੇ ਵਿੱਚ ਵੇਚਿਆ ਜਾਂਦਾ ਹੈ। ਫੋਰ ਐਗਜ਼ਾਮਪਲ, ਇੱਕ ਫਿਨਿਸ਼ ਗੁੱਡ ਪ੍ਰੋਡਕਟ ਬਣਾਉਣ ਦੇ ਲਈ, ਫਿਨਿਸ਼ ਗੁੱਡਸ ਹੈ ਜਿਹੜੀਆਂ ਉਹ ਬਣਾਉਣ ਦੇ ਲਈ। ਫਿਨਿਸ਼ ਗੁੱਡਸ ਤੋਂ ਭਾਵ ਹੈ ਕਿ ਜਿਵੇਂ ਆਪਾਂ ਇੱਕ ਕੱਚਾ ਮਾਲ ਲੈ ਲੈਂਦੇ ਹਾਂ। ਕੱਚਾ ਮਾਲ ਫੋਰ ਐਗਜ਼ਾਮਪਲ, ਅਗਰ ਆਪਾਂ ਬ੍ਰੈਡ ਬਣਾਉਣੀ ਹੈ ਜਾਂ ਬਿਸਕੁਟ ਬਣਾਉਣੇ ਆ, ਉਹਦੇ ਲਈ ਕੱਚਾ ਮਾਲ ਕੀ ਹੋ ਸਕਦਾ? ਉਹਦੇ ਲਈ ਉਹ ਕਣਕ ਹੈ ਜਿਹੜਾ ਉਹ ਰॉ ਮਟੀਰੀਅਲ ਐਜ਼ ਏ ਯੂਜ਼ ਹੋਊਗਾ। ਤਾਂ ਉਹ ਜਿਹੜੀ ਰॉ ਮਟੀਰੀਅਲ ਆ ਉਹ ਕਿਸੇ ਨਾ ਕਿਸੇ ਫਰਮ ਦੇ ਵੱਲੋਂ ਵੇਚੀ ਜਾਊਗੀ, ਜਿਹੜੀ ਕਿ ਬਿਸਕੁਟ ਬਣਾਉਂਦੀ ਫਰਮ ਨੂੰ। ਤਾਂ ਇਸੇ ਤਰ੍ਹਾਂ ਉਹਨੂੰ ਆਪਾਂ ਕਹਾਂਗੇ ਕਿ ਬਿਜ਼ਨਸ ਪ੍ਰੋਡਕਟ ਹੈ ਜਿਹੜੇ ਇਹ। ਅੱਗੇ ਹੁਣ ਅਸੀਂ ਪੜ੍ਹਾਂਗੇ ਕਿ ਉਪਭੋਗਤਾ ਵੱਲੋਂ ਵਰਤੇ ਜਾਣ ਵਾਲੇ ਜਿਹੜੇ ਪਦਾਰਥ ਹੈ ਕੰਜ਼ਿਊਮਰ ਪ੍ਰੋਡਕਟ, ਉਹਨਾਂ ਨੂੰ ਅੱਗੇ 4 ਕੈਟਾਗਰੀਆਂ ਦੇ ਵਿੱਚ ਵੰਡਿਆ ਗਿਆ ਹੈ। ਇਹ ਜਿਹੜੀਆਂ ਕੈਟਾਗਰੀਆਂ ਨੇ ਉਹਨਾਂ ਵਿੱਚੋਂ ਪਹਿਲੀ ਹੈ ਕਿ ਆਮ ਵੇਚੇ ਜਾਣ ਵਾਲੇ ਪਦਾਰਥ, ਦੂਸਰੀ ਖਰੀਦ ਫਰੋਖਤ ਵਾਲੇ ਪਦਾਰਥ, ਤੀਜਾ ਹੈ ਵਿਸ਼ੇਸ਼ ਪਦਾਰਥ, ਅਤੇ ਚੌਥਾ ਹੈ ਅਣਗੌਲੇ ਪਦਾਰਥ। ਇਹਨਾਂ ਵਿੱਚੋਂ ਜਿਹੜੀ ਪਹਿਲੀ ਕੈਟਾਗਰੀ ਹੈ ਕਨਵੀਨੀਅੰਸ ਪ੍ਰੋਡਕਟ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਆਮ ਵੇਚੇ ਜਾਣ ਵਾਲੇ ਪਦਾਰਥ, ਇਹ ਉਹ ਹਨ ਜਿਹੜੇ ਕਿ ਸਾਨੂੰ ਆਸਾਨੀ ਨਾਲ ਮਿਲ ਜਾਂਦੇ ਆ, ਜਿਹੜੇ ਆਪਾਂ ਗਲੀਆਂ ਮੁਹੱਲਿਆਂ ਦੇ ਵਿੱਚ ਸ਼ੋਪਸ ਹੁੰਦੀਆਂ ਨੇ ਜਾਂ ਰਿਟੇਲ ਸਟੋਰ ਹੁੰਦੇ ਆ, ਜਾਂ ਠੀਕ ਹੈ, ਉਹਨਾਂ ਤੋਂ ਅਸੀਂ ਆਸਾਨੀ ਨਾਲ ਇੱਥੋਂ ਜਾ ਕੇ ਆਪਣਾ ਕੋਈ ਵੀ ਉਤਪਾਦ ਵਗੈਰਾ ਜਾਂ ਖਰੀਦ ਸਕਦੇ ਹਾਂ, ਪ੍ਰੋਡਕਟ ਵਗੈਰਾ। ਇਹਨਾਂ ਵਿੱਚ ਜਿਹੜੇ ਪਦਾਰਥ ਆ ਜਾਂਦੇ ਹਨ ਉਹ ਆ ਸਕਦੇ ਜਿਵੇਂ ਆਂਡਾ, ਬ੍ਰੈਡ, ਚਟਨੀ ਜਾਂ ਟੁੱਥਪੇਸਟ ਵਗੈਰਾ।
ਇਹ ਜਿਹੜੇ ਪਦਾਰਥ ਹਨ ਇਹ ਸੀਜ਼ਨਲੀ ਵੀ ਮਿਲ ਸਕਦੇ ਆ, ਜਿਵੇਂ ਕਿ ਆਪਾਂ ਗੱਲ ਕਰੀਏ ਕਿ ਬਰਸਾਤ ਦੇ ਮੌਸਮ ਦੇ ਵਿੱਚ ਜਿਹੜਾ ਛਤਰੀ ਹੈ ਉਹ ਇੱਕ ਆਮ ਪਦਾਰਥ ਹੈ ਜਿਹੜਾ ਉਹ ਮਿਲ ਸਕਦਾ ਹੈ। ਅੱਗੇ ਜਿਹੜਾ ਸੈਕਿੰਡ ਹੈ ਖਰੀਦੋ ਫਰੋਖਤ ਵਾਲੇ ਪਦਾਰਥ, ਇਸ ਵਿੱਚ ਅਸੀਂ ਪੜ੍ਹਾਂਗੇ ਕਿ ਸ਼ਾਪਿੰਗ ਪ੍ਰੋਡਕਟ ਦੇ ਵਿੱਚ ਆ ਜਾਂਦੇ ਕਿ ਜਿਹੜੇ ਇਹਨਾਂ ਪ੍ਰੋਡਕਟਸ ਨੂੰ ਜਿਹੜਾ ਖਰੀਦਣ ਦੇ ਲਈ ਆ ਗਾਹਕਾਂ ਨੂੰ ਕਈ ਵਾਰੀ ਸੋਚਣਾ ਪੈਂਦਾ ਹੈ, ਸਲਾਹ ਵਗੈਰਾ ਕਰਨੀ ਪੈਂਦੀ ਹੈ ਅਤੇ ਪਸੰਦ ਕਰਨੀ ਪੈਂਦੀ ਹੈ। ਇਹਨਾਂ ਪਦਾਰਥਾਂ ਦੇ ਵਿੱਚ ਜਿਹੜੇ ਆ ਜਾਂਦੀ ਹੈ ਕਿਸਮਾਂ, ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਫਰਨੀਚਰ, ਪੁਰਾਣੀਆਂ ਕਾਰਾਂ ਜਾਂ ਫਰਿੱਜ ਵਗੈਰਾ ਜਾਂ ਟੀਵੀ ਵਗੈਰਾ ਖਰੀਦਣ ਦੇ ਲਈ ਜਦੋਂ ਕਸਟਮਰ ਜਾਂਦਾ ਹੈ ਤਾਂ ਉਹਨੂੰ ਕਾਫੀ ਵਾਰੀ ਸੋਚਣਾ ਪੈਂਦਾ ਹੈ ਇਹਨਾਂ ਪਦਾਰਥਾਂ ਨੂੰ ਖਰੀਦਣ ਦੇ ਲਈ। ਤੀਸਰੀ ਜਿਹੜੇ ਪਦਾਰਥਾਂ ਦੀ ਕਿਸਮ ਹੈ ਉਹ ਹੈਗੀ ਵਿਸ਼ੇਸ਼ ਪਦਾਰਥ ਜਿਵੇਂ ਸਪੈਸ਼ਲ ਪ੍ਰੋਡਕਟ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਜਿਵੇਂ ਲਗਜ਼ਰੀ ਕਾਰਾਂ ਜਾਂ ਫੋਟੋਗ੍ਰਾਫੀ ਦੇ ਲਈ ਆਪਾਂ ਕੈਮਰੇ ਖਰੀਦਣੇ ਹੋਣ ਜਾਂ ਗਹਿਣੇ ਖਰੀਦਣੇ ਹੋਣ, ਮਹਿੰਗੀ ਜੁਐਲਰੀ ਵਗੈਰਾ ਖਰੀਦਣੀ ਹੋਵੇ, ਤਾਂ ਇਹ ਉਹ ਪਦਾਰਥ ਜਾਂ ਪ੍ਰੋਡਕਟ ਹਨ ਜਿਹੜੇ ਕਸਟਮਰ ਨੂੰ ਸਪੈਸ਼ਲ ਫੀਲ ਕਰਾਉਂਦੇ ਨੇ। ਇਹ ਜਿਹੜੇ ਹੈਗੇ ਕਿ ਉੱਚੇ ਬ੍ਰਾਂਡ ਵਗੈਰਾ ਦੇ ਹੋਣਗੇ ਅਤੇ ਬਹੁਤ ਹੀ ਮਹਿੰਗੀਆਂ ਕੀਮਤਾਂ ਹੋਣਗੀਆਂ ਇਹਨਾਂ ਪ੍ਰੋਡਕਟਾਂ ਦੀਆਂ। ਚੌਥਾ ਜਿਹੜਾ ਪਦਾਰਥ ਹੈ ਉਹ ਹੈ ਅਣਗੌਲੇ ਪਦਾਰਥ। ਇਹਨਾਂ ਦੇ ਬਾਰੇ ਆਪਾਂ ਕਹਿ ਸਕਦੇ ਹਾਂ ਕਿ ਇਹ ਉਹ ਪਦਾਰਥ ਹੁੰਦੇ ਹਨ ਜਿਨ੍ਹਾਂ ਦੇ ਬਾਰੇ ਕਸਟਮਰ ਚੀਜ਼ ਖਰੀਦਣ ਦੇ ਲਈ ਨਹੀਂ ਸੋਚਦਾ। ਜਿਵੇਂ ਫੋਰ ਐਗਜ਼ਾਮਪਲ ਅਗਰ ਕਸਟਮਰ ਨੇ ਕਾਰ ਖਰੀਦਣ ਜਾਣਾ, ਗਾਹਕ ਨੇ ਕਾਰ ਖਰੀਦਣ ਜਾਣਾ ਹੈ, ਤਾਂ ਉਹ ਕਦੇ ਵੀ ਇਹ ਨਹੀਂ ਸੋਚਦਾ ਪਹਿਲਾਂ ਕਿ ਹਾਂ ਇਹਦੀ ਇੰਸ਼ੋਰੈਂਸ ਕਿਹੜੀ ਕੰਪਨੀ ਦੀ ਹੋਊਗੀ ਜਾਂ ਇੰਸ਼ੋਰੈਂਸ ਕਿੰਨੇ ਦੀ ਪਵੇਗੀ, ਕਿਉਂਕਿ ਪਹਿਲਾਂ ਉਹਦਾ ਜਿਹੜਾ ਮੇਨ ਫੋਕਸ ਹੁੰਦਾ ਉਹ ਹੁੰਦਾ ਕਿ ਕਾਰ ਮੈਂ ਕਿਹੜੀ ਖਰੀਦਣੀ ਹੈ। ਇਹ ਉਹ ਅਣਗੌਲੇ ਪਦਾਰਥ ਹਨ। ਇਹਨਾਂ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਬੈਟਰੀਆਂ ਵੀ ਆ ਜਾਂਦੀਆਂ ਨੇ। ਫੋਰ ਐਗਜ਼ਾਮਪਲ ਅਗਰ ਕਸਟਮਰ ਨੇ ਮੋਬਾਈਲ ਖਰੀਦਣ ਜਾਣਾ ਤਾਂ ਉਹ ਮੋਬਾਈਲ ਤਾਂ ਖਰੀਦਦਾ ਪਰ ਉਹਨੇ ਸੋਚਿਆ ਨਹੀਂ ਹੁੰਦਾ ਕਿ ਇਹਦੀ ਜਿਹੜੇ ਨਾਲ ਬੈਟਰੀ ਵੀ ਜਿਹੜੀ ਮਿਲ ਰਹੀ ਹੈ ਉਹਦੇ ਬਾਰੇ ਵੀ ਉਹ ਪੇ ਕਰ ਰਿਹਾ ਹੈ ਔਰ ਉਸਨੂੰ ਉਹਦੀ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਕਰਕੇ ਇਹਨਾਂ ਨੂੰ ਅਣਗੌਲੇ ਪਦਾਰਥ ਕਿਹਾ ਜਾਂਦਾ ਹੈ। ਅੱਗੇ ਜਿਹੜੀ ਸੈਕਿੰਡ ਕਿਸਮ ਸੀ ਆਪਾਂ ਗੱਲ ਕਰ ਰਹੇ ਹਾਂ ਜਿਹੜੇ ਉਸ ਵਿੱਚ ਆ ਜਾਂਦਾ ਹੈ ਕਿ ਵਪਾਰ ਨਾਲ ਸੰਬੰਧਿਤ ਪਦਾਰਥਾਂ ਦੇ ਵਿੱਚ ਆਪਾਂ ਪਹਿਲਾਂ ਵੀ ਜਾਣਕਾਰੀ ਲਈ ਸੀ ਕਿ ਜਿਹੜੇ ਵਪਾਰ ਨਾਲ ਸੰਬੰਧਿਤ ਪਦਾਰਥ ਉਹ ਹੈ ਕਿ ਬਿਜ਼ਨਸ ਟੂ ਬਿਜ਼ਨਸ ਹੁੰਦੇ ਨੇ। ਇਹ ਇੱਕ ਪ੍ਰੋਡਕਟ ਤੋਂ ਦੂਸਰੇ ਪ੍ਰੋਡਕਟ ਨੂੰ ਬਣਾਉਣ ਦੇ ਲਈ ਵਰਤਿਆ ਜਾਂਦਾ ਹੈ। ਅਗਲਾ ਜਿਹੜਾ ਸਾਡਾ ਟੌਪਿਕ ਹੈ ਉਹ ਹੈ ਕਿ ਬ੍ਰਾਂਡਿੰਗ, ਕੰਪਨੀ ਦਾ ਮਾਰਕਾ ਜਾਂ ਚਿੰਨ੍ਹ ਲਗਾਉਣਾ। ਬ੍ਰਾਂਡਿੰਗ ਤੋਂ ਭਾਵ ਹੈ ਕਿ ਕਿਸੇ ਵੀ ਪ੍ਰੋਡਕਟ ਦੇ ਉੱਤੇ ਜਿਹੜਾ ਨਾਮ ਵਗੈਰਾ ਲਿਖਿਆ ਜਾਂਦਾ ਹੈ ਜਿਸ ਤੋਂ ਅਸੀਂ ਉਸ ਪ੍ਰੋਡਕਟ ਜਾਂ ਪਦਾਰਥ ਦੀ ਪਛਾਣ ਕਰਦੇ ਹਾਂ ਉਸਨੂੰ ਬ੍ਰਾਂਡਿੰਗ ਕਿਹਾ ਜਾਂਦਾ ਹੈ। ਇਹ ਕਿਸੇ ਵੀ ਉਦਯੋਗ ਜਾਂ ਫਰਮ ਦੇ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ। ਇਹ ਇੱਕ ਤਰ੍ਹਾਂ ਨਾਲ ਉਸ ਫਰਮ ਦੇ ਲਈ ਦਿਲ ਅਤੇ ਆਤਮਾ ਵਾਂਗੂ ਕੰਮ ਕਰਦਾ ਹੈ। ਉਤਪਾਦ ਦਾ ਜਿਹੜਾ ਬ੍ਰਾਂਡ ਹੈ ਤਿਆਰ ਕਰਨ ਲਈ ਉਸ ਦੇ ਲਈ ਬਹੁਤ ਖੋਜ ਕੀਤੀ ਜਾਂਦੀ ਹੈ, ਸੋਚ ਸਮਝ ਕੇ ਅਤੇ ਸਮੇਂ ਦੀ ਵਰਤੋਂ ਕਰਨੀ ਪੈਂਦੀ ਹੈ। ਇਸ ਲਈ ਇਹ ਜਿਹੜੇ ਹਨ ਕਿ ਬਹੁਤ ਹੀ ਮਹੱਤਵ ਰੱਖਦੇ ਹਨ ਕਿਸੇ ਵੀ ਪ੍ਰੋਡਕਟ ਦੇ ਲਈ, ਕਿਉਂਕਿ ਜਿਹੜਾ ਕਸਟਮਰ ਹੈ ਜਾਂ ਗਾਹਕ ਵਗੈਰਾ ਕੋਈ ਜਾਂ ਉਪਭੋਗਤਾ ਕੋਈ ਵੀ ਚੀਜ਼ ਖਰੀਦਣ ਜਦੋਂ ਜਾਂਦਾ ਹੈ ਮਾਰਕੀਟ ਦੇ ਵਿੱਚ ਜਾਂ ਰਿਟੇਲ ਸਟੋਰ ਦੇ ਵਿੱਚ, ਤਾਂ ਉਸ ਦਾ ਧਿਆਨ ਜਿਹੜਾ ਹੈ ਉਹ ਪ੍ਰੋਡਕਟ ਦੇ ਬ੍ਰਾਂਡ ਵੱਲ ਜ਼ਰੂਰ ਪੈਂਦਾ ਹੈ। ਜਿਹੜਾ ਬ੍ਰਾਂਡ ਹੈ ਉਹ ਬ੍ਰਾਂਡ ਜਾਂ ਮਾਰਕਾ ਲਗਾਉਣ ਦੇ ਕੀ ਉਦੇਸ਼ ਹਨ, ਹੁਣ ਅਸੀਂ ਉਹਨਾਂ ਬਾਰੇ ਪੜ੍ਹਾਂਗੇ। ਇਸ ਵਿੱਚ ਜਿਹੜਾ ਪਹਿਲਾ ਉਦੇਸ਼ ਹੈ ਉਹ ਹੈ ਕਿ ਇਸ ਨਾਲ ਸੁਨੇਹਾ ਸਪਸ਼ਟ ਪਹੁੰਚਣਾ ਚਾਹੀਦਾ ਹੈ। ਮੀਨਸ ਕਿ ਬ੍ਰਾਂਡ ਦੇ ਨਾਲ ਜਾਂ ਮਾਰਕਾ ਲਗਾਉਣ ਦੇ ਨਾਲ ਜਿਹੜਾ ਉਹ ਉਤਪਾਦ ਦੇ ਬਾਰੇ ਜਾਣਕਾਰੀ ਹੈ ਜਿਹੜੀ ਉਹ ਕਸਟਮਰ ਨੂੰ ਡਾਇਰੈਕਟ ਮਿਲਣੀ ਚਾਹੀਦੀ ਹੈ ਔਰ ਸਪਸ਼ਟ ਮਿਲਣੀ ਚਾਹੀਦੀ ਹੈ। ਦੂਸਰਾ ਹੈ ਕਿ ਇਸ ਨਾਲ ਕੰਪਨੀ ਦੀ ਹੋਂਦ ਚੰਗੀ ਤਰ੍ਹਾਂ ਜਾਣੂ ਹੋ ਜਾਣੀ ਚਾਹੀਦੀ ਹੈ ਕਿ ਕਿਹੜੀ ਕੰਪਨੀ ਦਾ ਇਹ ਉਤਪਾਦ ਹੈ। ਤੀਸਰਾ, ਗਾਹਕਾਂ ਨੂੰ ਵਧੀਆ ਢੰਗ ਨਾਲ ਉਤਪਾਦਾਂ ਨੂੰ ਖਰੀਦਣ ਲਈ ਆਕਰਸ਼ਿਤ ਕਰਨ ਵਾਲਾ ਹੋਵੇ। ਮੀਨਸ ਕਿ ਜਿਹੜੀ ਬ੍ਰਾਂਡਿੰਗ ਹੈ ਉਹ ਇੰਨੀ ਕੁ ਆਕਰਸ਼ਿਤ ਹੋਣੀ ਚਾਹੀਦੀ ਹੈ ਕਿ ਕਸਟਮਰ ਆਉਂਦੇ ਹੀ ਜਦੋਂ ਸਟੋਰ ਦੇ ਵਿੱਚ ਐਂਟਰ ਹੁੰਦਾ ਹੈ ਤਾਂ ਉਸਨੂੰ ਜਿਹੜਾ ਉਸਦੇ ਮਾਈਂਡ ਦੇ ਵਿੱਚ ਜਾਂ ਉਹਨੇ ਪ੍ਰੋਡਕਟ ਖਰੀਦਣਾ ਹੈ ਉਹ ਬ੍ਰਾਂਡ ਦੇ ਨਾਲ ਆਕਰਸ਼ਿਤ ਹੋ ਕੇ ਉਸਨੂੰ ਖਰੀਦਦਾਰੀ ਕਰਨ ਦੇ ਲਈ ਅੱਗੇ ਵਧੇ। ਚੌਥਾ ਜਿਹੜਾ ਪੁਆਇੰਟ ਹੈ ਉਦੇਸ਼ ਦਾ ਉਹ ਇਹ ਹੈ ਕਿ ਖਰੀਦਦਾਰਾਂ ਵਿੱਚ ਉਤਪਾਦ ਦੀ ਸੱਚਾਈ ਅਤੇ ਸ਼ੁੱਧਤਾ ਦੀ ਪਹਿਚਾਣ ਬਣਾਵੇ। ਮੀਨਸ ਕਿ ਬ੍ਰਾਂਡ ਤੋਂ ਹੀ ਲੋਕੀ ਜਾਂ ਗਾਹਕ ਹੈ ਜਿਹੜੇ ਜਾਂ ਉਪਭੋਗਤਾ ਉਹਨਾਂ ਦੇ ਮਨ ਦੇ ਵਿੱਚ ਇੱਕ ਬੈਠ ਜਾਵੇ ਕਿ ਇਹ ਜਿਹੜਾ ਬ੍ਰਾਂਡ ਹੈ ਇਹਦੇ ਜਿੰਨੇ ਵੀ ਪ੍ਰੋਡਕਟ ਹਨ ਜਾਂ ਕੋਈ ਵੀ ਪ੍ਰੋਡਕਟ ਉਹ ਖਰੀਦਣ ਲੱਗੇ ਹਨ ਉਹ ਇਹਨਾਂ ਗਾਹਕਾਂ ਨੂੰ ਜਿਹੜੀ ਹੈ ਉਹ ਉੱਚ ਕੁਆਲਿਟੀ ਜਾਂ ਕਹਿ ਲਓ ਕਿ ਉੱਚਤਮ ਦਰਜੇ ਦੀ ਉਹ ਪ੍ਰੋਡਕਟ ਹੋਣਗੇ ਜਾਂ ਮਿਲਣਗੇ ਇਹਨਾਂ ਨੂੰ। ਇਹ ਸੀ ਟੌਪਿਕ ਸਾਡਾ ਬ੍ਰਾਂਡਿੰਗ ਦਾ ਅਤੇ ਉਸਦੇ ਉਦੇਸ਼। ਹੁਣ ਅਸੀਂ ਅਗਲਾ ਜਿਹੜਾ ਟੌਪਿਕ ਪੜ੍ਹਨ ਜਾ ਰਹੇ ਹਾਂ ਇਸ ਸੈਸ਼ਨ ਦੇ ਵਿੱਚ ਉਹ ਹੈ ਕਿ ਪੈਕੇਜਿੰਗ, ਚੀਜ਼ਾਂ ਦੇ ਪੈਕਟ ਬਣਾਉਣਾ, ਮਤਲਬ ਪਦਾਰਥਾਂ ਦੇ ਜਿਹੜੇ ਪੈਕਟ ਜਾਂ ਉਤਪਾਦਾਂ ਦੇ ਪੈਕਟ ਬਣਾਉਣਾ। ਪੈਕਟ ਤੋਂ ਭਾਵ ਹੈ ਕਿ ਜਿਹੜੀ ਕੋਈ ਵੀ ਪ੍ਰੋਡਕਟ ਹੈ ਉਹਦੀ ਜਿਹੜੀ ਬਾਹਰਲੀ ਪੈਕਿੰਗ ਹੈ ਉਹ ਵੀ ਇੱਕ ਮਹੱਤਵਪੂਰਨ ਤੱਤ ਹੈ ਜਿਹੜਾ ਕਿ ਪ੍ਰੋਡਕਟ ਮਿਕਸ ਦੇ ਵਿੱਚ। ਇਸ ਦੇ ਨਾਲ ਕੀ ਹੁੰਦਾ ਹੈ ਕਿ ਜਿਹੜੇ ਪੈਕੇਜਿੰਗ ਦੇ ਨਾਲ ਹੀ ਗਾਹਕ ਹੈ ਜਿਹੜੇ ਉਹ ਆਸਾਨੀ ਨਾਲ ਆਕਰਸ਼ਿਤ ਹੋ ਜਾਂਦੇ ਹਨ। ਪੈਕੇਜ ਜਿਹੜਾ ਹੈ ਕਿ ਇੱਕ ਬਕਸਾ ਹੁੰਦਾ ਹੈ ਜਿਸ ਵਿੱਚ ਉਤਪਾਦ ਨੂੰ ਵੇਚਣ ਲਈ ਪੇਸ਼ ਕੀਤਾ ਜਾਂਦਾ ਹੈ। ਚੀਜ਼ਾਂ ਦੇ ਪੈਕਟ ਬਣਾਉਣਾ ਇੱਕ ਉਹ ਕਿਰਿਆ ਹੈ ਜਿਸ ਵਿੱਚ ਉਤਪਾਦ ਨੂੰ ਬਕਸਿਆਂ, ਪੇਟੀਆਂ ਵਿੱਚ ਰੱਖਣ ਲਈ ਡਿਜ਼ਾਈਨ ਕੀਤਾ ਗਿਆ ਹੈ।
ਇਸ ਰਾਹੀਂ ਉਤਪਾਦ ਦੀ ਵਧੀਆ ਤਰੀਕੇ ਨਾਲ ਟਰਾਂਸਪੋਰਟੇਸ਼ਨ, ਸਟੋਰੇਜ, ਸੇਲ ਅਤੇ ਵਰਤੋਂ ਆਦਿ ਦੀ ਕਿਰਿਆ ਨੂੰ ਵਧੀਆ ਢੰਗ ਨਾਲ ਪੇਸ਼ ਕਰਨ ਲਈ ਇੱਕ ਵਿਗਿਆਨ ਅਤੇ ਕਲਾ ਹੈ। ਜਿਹੜਾ ਪੈਕੇਜਿੰਗ ਜਾਂ ਪੈਕੇਜ ਹੈ, ਉਹ ਸਾਨੂੰ ਆਸਾਨੀ ਨਾਲ ਜਿਹੜਾ ਸਹੂਲਤਾਂ ਦਿੰਦਾ ਹੈ ਕਈ ਤਰ੍ਹਾਂ ਦੀਆਂ, ਜਿਵੇਂ ਕਿ ਅਸੀਂ ਮੰਨ ਲਓ ਪ੍ਰੋਡਕਟ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਪਹੁੰਚਾਉਣ ਦੇ ਲਈ ਟਰਾਂਸਪੋਰਟੇਸ਼ਨ ਦੇ ਵਿੱਚ ਈਜ਼ੀ ਸਾਨੂੰ ਮਦਦ ਕਰਦਾ ਹੈ। ਇਹ ਸਾਨੂੰ ਸਟੋਰੇਜ ਕਰਨ ਦੇ ਲਈ ਵੀ ਮਦਦ ਕਰਦਾ ਹੈ, ਕਿਉਂਕਿ ਪੈਕੇਜਿੰਗ ਹੀ ਇੱਕ ਐਸਾ ਤੱਤ ਹੈ ਜਿਸ ਦੇ ਨਾਲ ਪ੍ਰੋਡਕਟ ਨੂੰ ਕਾਫੀ ਦੇਰ ਤੱਕ ਜਾਂ ਕਈ ਸਾਲਾਂ ਤੱਕ ਜਾਂ ਕਈ ਮਹੀਨਿਆਂ ਤੱਕ ਰੱਖਿਆ ਜਾ ਸਕਦਾ ਹੈ। ਪੈਕਿੰਗ ਦੇ ਜਿਹੜੇ ਉਦੇਸ਼ ਹਨ, ਉਹ ਹੁਣ ਆਪਾਂ ਉਹਨਾਂ ਬਾਰੇ ਗੱਲ ਕਰਾਂਗੇ। ਇਸ ਵਿੱਚ ਪਹਿਲਾ ਹੈ ਕਿ ਉਤਪਾਦ ਦੇ ਖਰਾਬ ਜਾਂ ਤਬਾਹ ਹੋਣ ਤੋਂ ਬਚਾਉਣ ਲਈ ਸਹੂਲੀਅਤ ਪ੍ਰਦਾਨ ਕਰਨਾ। ਜਿਹੜਾ ਮੁੱਖ ਆਪਾਂ ਮਹੱਤਵ ਪੜ੍ਹਿਆ ਸੀਗਾ ਪੈਕੇਜਿੰਗ ਦਾ, ਹੁਣੇ ਆਪਾਂ ਗੱਲ ਕਰਕੇ ਵੀ ਹਟੇ ਸੀਗੇ ਕਿ ਉਤਪਾਦ ਨੂੰ ਜਿਹੜਾ ਖਰਾਬ ਹੋਣ ਤੋਂ ਬਚਾਉਣ ਦੇ ਲਈ ਪੈਕਿੰਗ ਹੈ ਜਿਹੜਾ ਇੱਕ ਮਹੱਤਵਪੂਰਨ ਤੱਤ ਪੇਸ਼ ਕਰਦੀ ਹੈ। ਦੂਸਰਾ, ਟਰਾਂਸਪੋਰਟੇਸ਼ਨ ਦੌਰਾਨ ਉਤਪਾਦ ਦੀ ਮਜ਼ਬੂਤੀ ਜਾਂ ਪਕੜ ਦਾ ਧਿਆਨ ਕਰਨਾ। ਮਤਲਬ ਕੀ ਹੈ ਕਿ ਜਦੋਂ ਉਤਪਾਦ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚਾਇਆ ਜਾਂਦਾ ਹੈ ਤਾਂ ਪੈਕੇਜਿੰਗ ਦੇ ਰਾਹੀਂ ਹੀ ਉਹਨੂੰ, ਉਸ ਪ੍ਰੋਡਕਟ ਨੂੰ ਜਿਹੜਾ ਉਹ ਆਪਾਂ ਤਬਾਹ ਹੋਣ ਤੋਂ ਵੀ ਬਚਾ ਸਕਦੇ ਹਾਂ, ਕਿਉਂਕਿ ਜਿੰਨੀ ਵਧੀਆ ਸਾਡੀ ਪੈਕੇਜਿੰਗ ਹੋਵੇਗੀ ਉਨਾ ਹੀ ਪ੍ਰੋਡਕਟ ਨੂੰ ਸੇਵ ਕੀਤਾ ਜਾ ਸਕਦਾ ਹੈ। ਤੀਸਰਾ, ਬਾਜ਼ਾਰ ਵਿੱਚ ਦੂਜੇ ਉਤਪਾਦਾਂ ਦੇ ਮੁਕਾਬਲੇ ਭਿੰਨਤਾ ਦਾ ਹੋਣਾ। ਬਾਜ਼ਾਰ ਵਿੱਚ ਦੂਜੇ ਉਤਪਾਦਾਂ ਦੇ ਮੁਕਾਬਲੇ ਭਿੰਨਤਾ ਇਸ ਕਰਕੇ ਹੈ ਕਿ ਅਲੱਗ-ਅਲੱਗ ਤਰ੍ਹਾਂ ਦੀਆਂ ਪੈਕੇਜਿੰਗ ਹਰ ਕੰਪਨੀਆਂ ਜਾਂ ਫਰਮਾਂ ਵੱਲੋਂ ਕੀਤੀਆਂ ਜਾਂਦੀਆਂ ਆਪਣੇ ਉਤਪਾਦਾਂ ਦੇ ਲਈ, ਜਿਹੜੀ ਕਿ ਗਾਹਕਾਂ ਨੂੰ ਜਾਣਕਾਰੀ ਦਿੰਦੀ ਹੈ ਕਿ ਕਿਹੜੇ ਬ੍ਰਾਂਡ ਜਾਂ ਕਿਹੜੀ ਉਤਪਾਦ ਦੀ ਕਿਹੜੀ ਪੈਕਿੰਗ ਹੈ, ਅਤੇ ਉਹ ਆਸਾਨੀ ਨਾਲ ਉਸ ਨੂੰ ਦੇਖ ਕੇ ਹੀ ਉਹ ਉਤਪਾਦ ਖਰੀਦ ਸਕਦਾ ਹੈ। ਅਗਲਾ ਜਿਹੜਾ ਪੁਆਇੰਟ ਹੈ, ਉਤਪਾਦ ਨੂੰ ਪ੍ਰਚੂਨਕਾਰ ਅਤੇ ਗਾਹਕਾਂ ਵਿਚਕਾਰ ਵਧੀਆ ਛਾਪ ਦਾ ਪ੍ਰਗਟਾਵਾ ਕਰਾਉਣਾ ਅਤੇ ਬ੍ਰਾਂਡ ਸੰਬੰਧੀ ਆਸਾਨੀ ਨਾਲ ਪਹਿਚਾਣ ਕਰਾਉਣੀ। ਜਿਵੇਂ ਕਿ ਅਸੀਂ ਹੁਣੇ ਡਿਸਕਸ ਕੀਤਾ ਸੀ ਕਿ ਪੈਕੇਜਿੰਗ ਹੈ ਜਿਹੜੀ, ਉਹ ਉਤਪਾਦ ਦੀ ਜਿਹੜੀ ਹੈ ਜਾਣਕਾਰੀ ਆਸਾਨੀ ਨਾਲ ਕਰਵਾ ਦਿੰਦਾ ਰਿਟੇਲਰ ਨੂੰ ਅਤੇ ਕਸਟਮਰ ਨੂੰ, ਕਿ ਦੋਨੇ ਆਸਾਨੀ ਨਾਲ ਪਹਿਚਾਣ ਸਕਦੇ ਹਨ ਕਿ ਕਿਹੜਾ ਉਤਪਾਦ ਕਿੱਥੇ ਪਿਆ ਹੈ ਅਤੇ ਉਹ ਕਿਸ ਤਰ੍ਹਾਂ, ਕਿਹੜੇ ਮਤਲਬ ਕਿਵੇਂ ਆਕਰਸ਼ਿਤ ਕਰ ਰਿਹਾ ਹੈ। ਇਹ ਸੀ ਪੈਕੇਜਿੰਗ ਅਤੇ ਉਸਦੇ ਉਦੇਸ਼। ਹੁਣ ਅਸੀਂ ਪੜ੍ਹਾਂਗੇ ਲੇਬਲਿੰਗ ਅਤੇ ਉਸਦੇ ਉਦੇਸ਼ਾਂ ਬਾਰੇ। ਲੇਬਲਿੰਗ ਹੈ ਜਿਹੜੀ, ਉਹ ਪੈਕੇਜਿੰਗ ਦੇ ਉੱਤੇ ਹੀ ਕੀਤੀ ਜਾਂਦੀ ਹੈ। ਜੋ ਪੈਕਿੰਗ ਕੀਤੀ ਜਾਂਦੀ ਹੈ ਕਿਸੇ ਵੀ ਪ੍ਰੋਡਕਟ ਦੀ, ਉਸ ਉੱਪਰ ਜਿਹੜਾ ਵੀ ਚਿੰਨ੍ਹ ਜਾਂ ਮਾਰਕਾ ਲਗਾਇਆ ਜਾਂਦਾ ਹੈ ਉਸ ਨੂੰ ਲੇਬਲਿੰਗ ਕਿਹਾ ਜਾਂਦਾ ਹੈ। ਲੇਬਲਿੰਗ ਦੇ ਜਿਹੜੇ ਉਦੇਸ਼ ਹੈ, ਉਹ ਲੇਬਲਿੰਗ ਕਿਉਂ ਲਗਾਈ ਜਾਂਦੀ ਹੈ ਜਾਂ ਇਸ ਦਾ ਕੀ ਕਾਰਨ ਹੈ, ਇਹ ਕਿਸ ਲਈ ਲਗਾਈ ਜਾਂਦੀ ਹੈ, ਉਸ ਬਾਰੇ ਹੁਣ ਅਸੀਂ ਜਾਣਕਾਰੀ ਲਵਾਂਗੇ। ਕਿ ਉਤਪਾਦ ਦੀ ਵਿਸ਼ੇਸ਼ਤਾ ਨੂੰ ਗਾਹਕਾਂ ਤੱਕ ਪਹੁੰਚਾਉਣਾ। ਲੇਬਲਿੰਗ ਇਸ ਕਰਕੇ ਹੈ ਕਿ ਜਿਹੜਾ ਮਾਰਕਾ ਵਗੈਰਾ ਲਗਾਇਆ ਜਾਂਦਾ ਹੈ, ਉਹ ਇਸ ਕਰਕੇ ਲਗਾਇਆ ਜਾਂਦਾ ਕਿ ਗਾਹਕਾਂ ਨੂੰ ਆਸਾਨੀ ਨਾਲ ਪਤਾ ਲੱਗ ਸਕੇ ਕਿ ਕਿਹੜਾ ਉਤਪਾਦ ਕਿੱਥੇ ਪਿਆ ਹੈ। ਉਤਪਾਦ ਅਤੇ ਉਤਪਾਦਕ ਦੀ ਜਾਣਕਾਰੀ ਕਰਵਾਉਣਾ, ਮਤਲਬ ਪ੍ਰੋਡਕਟ ਅਤੇ ਉਸ ਨੂੰ ਬਣਾਉਣ ਵਾਲੇ ਦੇ ਬਾਰੇ ਜਾਣਕਾਰੀ ਦੇਣਾ। ਉਤਪਾਦਕ ਤੋਂ ਭਾਵ ਹੈ ਕਿ ਮੈਨੂਫੈਕਚਰਰ ਜਾਂ ਪ੍ਰੋਡਿਊਸਰ ਕਹਿ ਸਕਦੇ ਹਾਂ ਆਪਾਂ। ਤੀਸਰਾ ਪੁਆਇੰਟ ਹੈ ਕਿ ਉਤਪਾਦ ਦੇ ਬਣਨ ਅਤੇ ਗੁਣਵੱਤਾ ਦੇ ਖਤਮ ਹੋਣ ਦੀ ਤਰੀਕ ਤੋਂ ਜਾਣੂ ਕਰਵਾਉਣਾ। ਲੇਬਲਿੰਗ ਹੈ ਜਿਹੜੀ ਗਾਹਕਾਂ ਨੂੰ ਆਸਾਨੀ ਨਾਲ ਦੱਸਦੀ ਹੈ ਕਿ ਇਹ ਉਤਪਾਦ ਕਦੋਂ ਬਣਿਆ ਅਤੇ ਇਹਦੀ ਕੀ ਕੁਆਲਿਟੀ ਹੈ ਅਤੇ ਇਹ ਕਦੋਂ ਤੱਕ ਕੰਜ਼ਿਊਮ ਜਾਂ ਯੂਜ਼ ਕੀਤਾ ਜਾ ਸਕਦਾ ਹੈ। ਅਗਲਾ, ਉਤਪਾਦ ਬਣਾਉਣ ਲਈ ਵਰਤੀਆਂ ਗਈਆਂ ਵੱਖ-ਵੱਖ ਵਸਤੂਆਂ ਦੀ ਜਾਣਕਾਰੀ ਦੇਣਾ। ਮਤਲਬ ਕਿ ਇਸ ਉਤਪਾਦ ਨੂੰ ਬਣਾਉਣ ਲਈ ਕਿਹੜਾ ਰॉ ਮਟੀਰੀਅਲ ਯੂਜ਼ ਕੀਤਾ ਗਿਆ ਜਾਂ ਕਿਹੜੇ ਇਨਗਰੀਡੀਅੰਟ ਯੂਜ਼ ਕੀਤੇ ਗਏ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਿਹੜਾ ਇਹ ਗਾਹਕਾਂ ਨੂੰ ਜਾਣਕਾਰੀ ਦਿੰਦਾ ਹੈ। ਉਤਪਾਦ ਬਣਾਉਣ ਵਾਲੀ ਕੰਪਨੀ ਬਾਰੇ ਜਾਣੂ ਕਰਵਾਉਣਾ। ਉਤਪਾਦ ਬਣਾਉਣ ਵਾਲੀ ਕੰਪਨੀ ਬਾਰੇ ਜਾਣੂ ਕਰਵਾਉਣ ਤੋਂ ਭਾਵ ਹੈ ਕਿ ਉਹ ਕੰਪਨੀ ਦਾ ਵੀ ਜਿਹੜਾ ਮਾਰਕਾ ਜਾਂ ਲੇਬਲ ਹੈ ਉਹ ਪੈਕੇਜਿੰਗ ਦੇ ਉੱਤੇ ਲਗਾਇਆ ਜਾਂਦਾ ਹੈ, ਜਿਸ ਨਾਲ ਗਾਹਕ ਨੂੰ ਆਸਾਨੀ ਨਾਲ ਪਤਾ ਲੱਗ ਜਾਂਦਾ ਹੈ ਕਿ ਕਿਹੜਾ ਉਤਪਾਦ ਅਸੀਂ ਖਰੀਦ ਰਹੇ ਹਾਂ, ਕਿਹੜੀ ਕੰਪਨੀ ਦਾ ਜਾਂ ਕਿਹੜੇ ਬ੍ਰਾਂਡ ਦਾ। ਇਹ ਸੀ ਸਾਡਾ ਲੇਬਲਿੰਗ ਅਤੇ ਲੇਬਲਿੰਗ ਦੇ ਉਦੇਸ਼। ਹੁਣ ਅਸੀਂ ਲੇਬਲਿੰਗ ਦੀਆਂ ਕਿਸਮਾਂ ਦੇ ਬਾਰੇ ਪੜ੍ਹਾਂਗੇ। ਲੇਬਲਿੰਗ ਹੈ ਜਿਹੜੀ, ਉਹ 3 ਤਰ੍ਹਾਂ ਦੇ ਉਹਦੇ ਕਿਸਮਾਂ ਨੇ। ਪਹਿਲਾ ਜਿਹੜਾ ਬ੍ਰਾਂਡ ਲੇਬਲ ਤੋਂ ਭਾਵ ਕਿ ਕੰਪਨੀ ਦਾ ਜਿਹੜਾ ਲੋਗੋ, ਜਾਂ ਕਹਿ ਲਓ ਕਿ ਆਪਾਂ ਕੰਪਨੀ ਦੇ ਪ੍ਰੋਡਕਟ ਦਾ ਲੋਗੋ, ਉਹ ਉਸ ਦੀ ਛਾਪ ਦੇ ਬਾਰੇ। ਜਿਵੇਂ ਕਿ ਤੁਸੀਂ ਪਿਕਚਰ ਦੇ ਵਿੱਚ ਦੇਖ ਰਹੇ ਹੋਵੋਗੇ ਕਿ ਜੈਕ ਐਂਡ ਜੋਨਸ ਹੈ ਜਿਹੜਾ, ਉਹ ਜੀਨਸ ਦੇ ਉੱਤੇ ਮਾਰਕਾ ਲੱਗਿਆ ਹੋਇਆ ਹੈ। ਜੈਕ ਐਂਡ ਜੋਨਸ ਹੈ ਜਿਹੜੀ ਕੰਪਨੀ ਦਾ ਨਾਮ ਹੈ, ਉਸ ਦਾ ਬ੍ਰਾਂਡ ਲੇਬਲ ਹੈ। ਦੂਸਰਾ ਜਿਹੜਾ ਲੇਬਲ ਹੈ ਉਹ ਹੈ ਗ੍ਰੇਡ ਲੇਬਲ ਦੀ ਵੀ ਅਗਰ ਤੁਸੀਂ ਪਿਕਚਰ ਦੇਖੋਗੇ ਕਿ ਇਹ ਜਿਹੜੇ ਸਟਿੱਕਰ ਹੈ ਜਾਂ ਲੇਬਲ ਹਨ, ਤੁਸੀਂ ਇਲੈਕਟ੍ਰੋਨਿਕ ਪ੍ਰੋਡਕਟਸ ਦੇ ਉੱਤੇ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਦੇਖਿਆ ਹੋਵੇਗਾ, ਜਿਵੇਂ AC, ਫਰਿੱਜ ਵਗੈਰਾ ਦੇ ਉੱਤੇ ਜਾਂ TV ਦੇ ਉੱਤੇ ਵੀ। ਇਹ ਜਿਹੜੇ ਲੇਬਲ ਹਨ ਗਾਹਕਾਂ ਨੂੰ ਜਾਣਕਾਰੀ ਦਿੰਦੇ ਹਨ ਕਿ ਇਹ ਪ੍ਰੋਡਕਟ ਕਿੰਨੀ ਕੁਆਲਿਟੀ ਦਾ ਵਧੀਆ ਹੈ ਕਿ ਨਹੀਂ ਹੈ, ਕਿੰਨੇ ਇਹਦੀ ਰੇਟਿੰਗਸ ਹੈ ਦਿੱਤੀਆਂ ਹੋਈਆਂ ਐਨਰਜੀ ਦੀਆਂ। ਐਨਰਜੀ ਰੇਟਿੰਗਸ ਤੋਂ ਭਾਵ ਇਹ ਹੁੰਦਾ ਹੈ ਕਿ ਉਹ ਬਿਜਲੀ ਦੀ ਕਿੰਨੀ ਖਪਤ ਕਰਦਾ ਹੈ ਜਾਂ ਬਿਜਲੀ ਕਿੰਨੀ ਬਚਾਉਂਦਾ ਹੈ। ਅਗਲਾ ਜਿਹੜਾ ਤੀਸਰਾ ਲੇਬਲ ਹੈ ਉਹ ਹੈ ਡਿਸਕ੍ਰਿਪਟਿਵ ਲੇਬਲ। ਜਿਹੜਾ ਡਿਸਕ੍ਰਿਪਟਿਵ ਲੇਬਲ ਹੈ ਉਸ ਵਿੱਚ ਸਾਰੀ ਜਾਣਕਾਰੀ ਹੁੰਦੀ ਹੈ ਪ੍ਰੋਡਕਟ ਦੇ ਬਾਰੇ, ਜਿਵੇਂ ਫੋਰ ਐਗਜ਼ਾਮਪਲ ਇਨਗਰੀਡੀਅੰਟ ਕਿਹੜੇ ਵਰਤੇ ਗਏ ਆ, ਜਾਂ ਕਿਹੜਾ ਰॉ ਮਟੀਰੀਅਲ ਵਰਤਿਆ ਗਿਆ ਹੈ, ਜਾਂ ਪ੍ਰੋਡਕਟ
ਦੇ ਵਿੱਚ ਕਿਹੜੇ ਨਿਊਟਰੀਐਂਟਸ ਜਾਂ ਨਿਊਟ੍ਰੀਸ਼ਨ ਫੈਕਟਸ ਹੈਗੇ ਆ ਕਿ ਇਸ ਪ੍ਰੋਡਕਟ ਨੂੰ ਜਾਂ ਉਤਪਾਦ ਨੂੰ ਖਾਣ ਤੋਂ ਬਾਅਦ ਕਿਹੜੀ ਸਾਨੂੰ ਕੰਟੈਂਟ ਕਾਰਬੋਹਾਈਡਰੇਟ ਜਾਂ ਪ੍ਰੋਟੀਨ ਵਗੈਰਾ ਮਿਲਣਗੀਆਂ। ਜਿਹੜਾ ਡਿਸਕ੍ਰਿਪਟਿਵ ਲੇਬਲ ਹੈ, ਇਸ ਵਿੱਚ ਗਾਹਕ ਨੂੰ ਪ੍ਰੋਡਕਟ ਦੀ ਕਹਿ ਲਓ ਕਿ ਗੁਣਵੱਤਾ ਜਿਹੜੀ ਕੁਆਲਿਟੀ ਹੈ ਉਹਦੇ ਬਾਰੇ ਵੀ ਪਤਾ ਚੱਲ ਜਾਂਦਾ ਅਤੇ ਉਸ ਪ੍ਰੋਡਕਟ ਨੂੰ ਕਿੰਨੇ ਸਮੇਂ ਲਈ ਉਹ ਯੂਜ਼ ਕਰ ਸਕਦਾ ਜਾਂ ਕਿੰਨੇ ਸਮੇਂ ਤੱਕ ਉਹ ਯੂਜ਼ ਕਰ ਸਕਦਾ ਉਸ ਬਾਰੇ ਵੀ ਜਾਣਕਾਰੀ ਮਿਲਦੀ ਹੈ। ਇਹ ਸੀ ਸਾਡੀਆਂ ਲੇਬਲ ਦੀਆਂ ਕਿਸਮਾਂ। ਇਸ ਦੇ ਨਾਲ ਹੀ ਸਾਡਾ ਜਿਹੜਾ ਪਹਿਲਾ ਸੈਸ਼ਨ ਹੈ ਉਹ ਕੰਪਲੀਟ ਹੋ ਜਾਂਦਾ ਹੈ ਪ੍ਰੋਡਕਟ ਮਿਕਸ ਦਾ। ਇਸੇ ਤਰ੍ਹਾਂ ਹੀ ਹੁਣ ਅਸੀਂ ਅਗਲੇ ਸੈਸ਼ਨ ਵੱਲ ਵਧਾਂਗੇ। ਅਗਲਾ ਸੈਸ਼ਨ 2, ਜਿਸ ਦਾ ਨਾਮ ਹੈ ਕੀਮਤਾਂ ਪ੍ਰਾਈਸ ਮਿਕਸ। ਪ੍ਰਚੂਨ ਦੁਕਾਨਦਾਰੀ ਵਿੱਚ ਕੀਮਤਾਂ ਇੱਕ ਬਹੁਤ ਹੀ ਜ਼ਰੂਰੀ ਤੱਤ ਹੈ। ਕੀਮਤਾਂ ਨੂੰ ਨਿਰਧਾਰਿਤ ਕਰਨਾ ਮੈਨੇਜਮੈਂਟ ਦਾ ਇੱਕ ਮੁੱਖ ਕੰਮ ਹੈ, ਜਿਸ ਰਾਹੀਂ ਵਸਤੂਆਂ ਦੀ ਕੀਮਤ ਦੇ ਉਦੇਸ਼ਾਂ ਅਤੇ ਜ਼ਰੂਰੀ ਤੱਤਾਂ ਨੂੰ ਜਾਣਨਾ, ਵਸਤੂਆਂ ਦੀ ਗੁਣਵੱਤਾ ਅਤੇ ਮਹੱਤਤਾ ਅਨੁਸਾਰ ਨਿਰਧਾਰਿਤ ਕੀਮਤਾਂ ਰਾਹੀਂ ਸਹੀ ਨਤੀਜਿਆਂ ਦਾ ਮਿਲਣਾ ਸ਼ਾਮਲ ਹੈ। ਹੁਣ ਅਸੀਂ ਡਿਸਕਸ ਕਰਾਂਗੇ ਪ੍ਰਚੂਨ ਕੀਮਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ। ਪ੍ਰਚੂਨ ਵਪਾਰਕ ਮਾਡਲ। ਪ੍ਰਚੂਨ ਵਪਾਰਕ ਮਾਡਲ ਤੋਂ ਭਾਵ ਹੈ ਕਿ ਜਿਹੜਾ ਬਿਜ਼ਨਸ ਕਿਵੇਂ ਦਾ ਅਸੀਂ ਕਰ ਰਹੇ ਹਾਂ, ਕਿ ਜਿਹੜੀਆਂ ਉਤਪਾਦ ਨੇ ਉਹ ਕਿਹੜੀਆਂ ਕੀਮਤਾਂ ਦੇ ਉੱਤੇ ਵੇਚ ਰਹੇ ਹਾਂ, ਉੱਚ ਕੀਮਤਾਂ ਵਾਲੇ ਪ੍ਰੋਡਕਟ ਵੇਚ ਰਹੇ ਹਾਂ ਜਾਂ ਘੱਟ ਕੀਮਤਾਂ ਵਾਲੇ। ਇਹ ਵੀ ਬਹੁਤ ਮੈਟਰ ਕਰਦਾ ਹੈ ਅਤੇ ਕੀਮਤਾਂ ਦੇ ਉੱਤੇ ਪ੍ਰਭਾਵ ਪਾਉਂਦਾ ਹੈ। ਦੂਸਰਾ ਹੈ ਮੁਕਾਬਲੇ ਵਾਲੀਆਂ ਕੀਮਤਾਂ। ਮੁਕਾਬਲੇ ਵਾਲੀਆਂ ਕੀਮਤਾਂ ਤੋਂ ਭਾਵ ਹੈ ਕਿ ਜਿਹੜੇ ਸਾਡੇ ਉਤਪਾਦ ਹੈ ਉਹਨਾਂ ਦੀਆਂ ਕੀਮਤਾਂ ਸਾਡੇ ਵਿਰੋਧੀ ਪ੍ਰਚੂਨਕਾਰਾਂ ਦੀਆਂ ਉਤਪਾਦਾਂ ਦੀ ਕੀਮਤਾਂ ਦੇ ਕਿੰਨਾ ਨਜ਼ਦੀਕ ਜਾਂ ਕਿੰਨੇ ਡਿਫਰੈਂਸ ਦੇ ਉੱਤੇ ਅਸੀਂ ਵੇਚ ਰਹੇ ਹਾਂ। ਤੀਸਰਾ ਹੈ ਕਿ ਆਰਥਿਕ ਹਾਲਾਤ। ਪ੍ਰਚੂਨਕਾਰ ਦੇ ਆਰਥਿਕ ਹਾਲਾਤ ਹੈ ਜਿਹੜੇ ਉਹ ਵੀ ਕੀਮਤਾਂ ਦੇ ਉੱਤੇ ਕਾਫੀ ਪ੍ਰਭਾਵ ਪਾਉਂਦੇ ਹਨ। ਅਗਰ ਪ੍ਰਚੂਨਕਾਰ ਦੇ ਆਰਥਿਕ ਹਾਲਾਤ ਚੰਗੇ ਹਨ ਤਾਂ ਉਹ ਕੀਮਤਾਂ ਸਹੀ ਰੱਖੇਗਾ, ਤਾਂ ਉਹਦੇ ਨਾਲ ਕੀ ਹੈ ਕਿ ਉਸ ਨੂੰ ਜਿਹੜਾ ਮੁਨਾਫਾ ਹੈ ਉਹ ਵੀ ਚੰਗਾ ਹੋਵੇਗਾ ਔਰ ਗਾਹਕ ਹੈ ਜਿਹੜੇ ਖੁਸ਼ੀ ਆ ਕੇ ਉਸਦੇ ਉਤਪਾਦਾਂ ਨੂੰ ਖਰੀਦਣਗੇ। ਅਗਰ ਮੰਨ ਲਓ ਪ੍ਰਚੂਨਕਾਰ ਦੇ ਆਰਥਿਕ ਹਾਲਾਤ ਸਹੀ ਨਹੀਂ ਹਨ, ਵੀ ਹੋ ਸਕਦਾ ਉਹ ਕੀਮਤਾਂ ਨੂੰ ਜ਼ਿਆਦਾ ਵੀ ਰੱਖ ਸਕਦਾ ਔਰ ਉਸ ਨੂੰ ਕਈ ਵਾਰੀ ਘੱਟ ਕੀਮਤ ਦੇ ਉੱਤੇ ਵੀ ਉਤਪਾਦ ਵੇਚਣੇ ਪੈ ਸਕਦੇ ਹਨ। ਚੌਥਾ ਹੈ ਸਾਡਾ ਜਿਹੜਾ ਪੁਆਇੰਟ, ਉਹ ਹੈ ਬਾਜ਼ਾਰ ਅਤੇ ਮੰਗ ਦਾ ਟੀਚਾ। ਬਾਜ਼ਾਰ ਅਤੇ ਮੰਗ ਦੇ ਟੀਚੇ ਤੋਂ ਭਾਵ ਹੈ ਕਿ ਗਾਹਕਾਂ ਵੱਲੋਂ ਕਿੰਨੀ ਮੰਗ ਹੁੰਦੀ ਹੈ ਉਸ ਉਤਪਾਦ ਦੇ ਲਈ। ਇਹ ਵੀ ਕੀਮਤਾਂ ਨੂੰ ਕਹਿ ਲਓ ਕਿ ਫੇਰ ਬਦਲ ਕਰਨ ਦੇ ਵਿੱਚ ਕਾਫੀ ਸਹਿਯੋਗ ਦਿੰਦਾ ਹੈ, ਕਿਉਂਕਿ ਅਗਰ ਉਤਪਾਦ ਦੇ ਬਾਰੇ ਕੋਈ ਮੰਗ ਹੀ ਹੈ ਨਹੀਂ ਗੀ ਅਗਰ ਗਾਹਕਾਂ ਦੇ ਵੱਲੋਂ, ਤਾਂ ਉਹਦੀਆਂ ਕੀਮਤਾਂ ਜਿਹੜੀਆਂ ਉਹ ਬਹੁਤ ਘੱਟ ਜਾਣਗੀਆਂ। ਅਗਲਾ ਹੈ ਉਤਪਾਦ ਦਾ ਅਨੋਖਾਪਨ। ਉਤਪਾਦ ਦੇ ਅਨੋਖਾਪਨ ਤੋਂ ਭਾਵ ਹੈ ਕਿ ਜਿਹੜਾ ਪ੍ਰੋਡਕਟ ਹੈ ਜਾਂ ਉਤਪਾਦ ਹੈ ਉਹ ਕਿੰਨਾ ਕੁ ਗਾਹਕਾਂ ਨੂੰ ਆਕਰਸ਼ਿਤ ਕਰਦਾ ਹੈ। ਅਗਰ ਉਹ ਜ਼ਿਆਦਾ ਆਕਰਸ਼ਿਤ ਕਰਦਾ ਹੋਵੇ ਤਾਂ ਉਹਦੀਆਂ ਕੀਮਤਾਂ ਵੀ ਵੱਧ ਜਾਣਗੀਆਂ। ਅਗਰ ਉਹ ਘੱਟ ਗਾਹਕਾਂ ਨੂੰ ਹੈ ਜਿਹੜਾ ਉਹ ਘੱਟ ਆਕਰਸ਼ਿਤ ਕਰੇਗਾ ਤਾਂ ਉਹਦੀਆਂ ਕੀਮਤਾਂ ਵੀ ਹੈ ਜਿਹੜੀਆਂ ਉਹ ਘੱਟ ਜਾਣਗੀਆਂ। ਹੁਣ ਅਸੀਂ ਪੜ੍ਹਾਂਗੇ ਪ੍ਰਚੂਨ ਕੀਮਤਾਂ ਦੇ ਉਦੇਸ਼। ਪ੍ਰਚੂਨ ਕੀਮਤਾਂ ਦੇ ਉਦੇਸ਼ ਵਿੱਚ ਜਿਹੜਾ ਪਹਿਲਾ ਪੁਆਇੰਟ ਸਾਡਾ ਹੈ ਕਿ ਸੰਸਥਾ ਦਾ ਵੱਧ ਤੋਂ ਵੱਧ ਮੁਨਾਫਾ ਕਰਨਾ। ਮਤਲਬ ਕੀਮਤਾਂ ਜਿਹੜੀਆਂ ਹੈਗੀਆਂ ਉਹ ਇਸ ਕਰਕੇ ਡਿਸਾਈਡ ਕੀਤੀਆਂ ਜਾਂਦੀਆਂ ਹਨ ਕਿ ਉਸ ਦੇ ਨਾਲ ਜਿੰਨੇ ਵੀ ਸਾਡੇ ਵੰਡ ਪ੍ਰਣਾਲੀ ਦੇ ਵਿੱਚ ਮੈਂਬਰ ਹੈਗੇ ਆ, ਜਿਵੇਂ ਕਿ ਆਪਾਂ ਗੱਲ ਕਰ ਲਈਏ ਮੈਨੂਫੈਕਚਰਰ, ਹੋਲਸੇਲਰ ਜਾਂ ਰਿਟੇਲਰ, ਜਾਂ ਉਹਨਾਂ ਸਾਰਿਆਂ ਦਾ ਹੀ ਜਿਹੜਾ ਮੁਨਾਫਾ ਹੈ ਉਹ ਸਭ ਨੂੰ ਦੇਖ ਕੇ ਹੀ ਕੀਮਤਾਂ ਤੈਅ ਕੀਤੀਆਂ ਜਾਂਦੀਆਂ ਹਨ। ਦੂਸਰਾ, ਲਗਾਈ ਗਈ ਪੂੰਜੀ ਵਾਪਸ ਹੋਣ ਦਾ ਟੀਚਾ। ਲਗਾਈ ਗਈ ਪੂੰਜੀ ਮਤਲਬ ਕਿ ਜਿੰਨਾ ਉਸ ਪ੍ਰੋਡਕਟ ਨੂੰ ਬਣਾਉਣ ਦੇ ਵਿੱਚ ਖਰਚਾ ਹੋਇਆ ਹੈ ਉਹ ਸਾਰਾ ਪੂਰਾ ਹੋਵੇ। ਅਗਲਾ ਪੁਆਇੰਟ ਹੈ ਮੁਕਾਬਲੇ ਤੋਂ ਬਚਾਓ। ਮੁਕਾਬਲੇ ਤੋਂ ਬਚਾਓ ਤੋਂ ਭਾਵ ਹੈ ਕਿ ਜਿਹੜਾ ਪ੍ਰਚੂਨਕਾਰ ਹੈ ਉਹ ਉਸ ਕੀਮਤ ਦੇ ਉੱਤੇ ਜਿਹੜੇ ਪ੍ਰੋਡਕਟ ਹੈ ਉਹ ਵੇਚੇ ਅਤੇ ਉਸ ਨੂੰ ਮੁਨਾਫਾ ਵੀ ਹੋ ਸਕੇ ਅਤੇ ਉਹ ਜਿਹੜਾ ਮਾਰਕੀਟ ਦੇ ਵਿੱਚ ਉਸ ਦੇ ਵਿਰੋਧੀ ਪ੍ਰਚੂਨਕਾਰ ਹੈ ਉਹਨਾਂ ਤੋਂ ਵੀ ਆਪਣਾ ਜਿਹੜਾ ਟੀਚਾ ਵਗੈਰਾ ਪ੍ਰਾਪਤ ਕਰਕੇ ਆਪਣੇ ਜਿਹੜੇ ਕੀਮਤਾਂ ਦੇ ਨਾਲ ਮੁਨਾਫਾ ਕਮਾ ਸਕੇ। ਅਗਲਾ ਪੁਆਇੰਟ ਹੈ ਕਿ ਕੀਮਤਾਂ ਦੇ ਉਛਾਲ ਤੋਂ ਬਚਾਓ। ਕੀਮਤਾਂ ਇਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਕਿ ਮਾਰਕੀਟ ਦੇ ਵਿੱਚ ਅਗਰ ਦੂਜੇ ਸੇਮ ਜਾਂ ਅਲੱਗ-ਅਲੱਗ ਪ੍ਰੋਡਕਟਾਂ ਦੀ ਕੀਮਤਾਂ ਦੇ ਵਧਣ ਜਾਂ ਘਟਣ ਦੇ ਨਾਲ ਪ੍ਰਚੂਨਕਾਰ ਵੱਲੋਂ ਜਿਹੜਾ ਤੈਅ ਕੀਤੀਆਂ ਗਈਆਂ ਕੀਮਤਾਂ ਉਸ ਉੱਤੇ ਕੋਈ ਫਰਕ ਨਾ ਪਵੇ। ਅਗਲਾ, ਬਾਜ਼ਾਰ ਨੂੰ ਅੱਗੇ ਵਧਾਉਣਾ। ਕੀਮਤਾਂ ਦੇ ਨਾਲ ਕੀ ਹੈ ਕਿ ਹੌਲੀ ਹੌਲੀ ਮਾਰਕੀਟ ਵੀ ਅੱਗੇ ਵਧਦੀ ਹੈ। ਜਿੰਨਾ ਜ਼ਿਆਦਾ ਕੀਮਤਾਂ ਹੌਲੀ ਹੌਲੀ ਅੱਗੇ ਵਧਣਗੀਆਂ ਉਸੇ ਦੇ ਨਾਲ ਹੀ ਜਿਹੜਾ ਮੁਨਾਫਾ ਵੀ ਹੈ ਪ੍ਰਚੂਨਕਾਰ ਦਾ ਉਹ ਵੀ ਵਧੇਗਾ ਅਤੇ ਪ੍ਰਚੂਨਕਾਰ ਦੀ ਆਪਣੇ ਜਿਹੜੇ ਉਦਯੋਗ ਦੇ ਵਿੱਚ ਵੀ ਵਾਧਾ ਹੋਵੇਗਾ। ਅਗਲਾ ਉਦੇਸ਼ ਹੈ ਜਿਹੜਾ ਉਸ ਦੇ ਬਾਰੇ ਗੱਲ ਕਰਦੇ ਹਾਂ ਕਿ ਗਾਹਕਾਂ ਦੀ ਖੁਸ਼ਹਾਲੀ ਵੱਲ ਧਿਆਨ ਦੇਣਾ। ਕੀਮਤਾਂ ਇੰਨੀਆਂ ਕਿ ਵੀ ਜ਼ਿਆਦਾ ਨਹੀਂ ਹੋਣੀਆਂ ਚਾਹੀਦੀਆਂ ਕਿ ਕਸਟਮਰ ਉਸ ਨੂੰ ਆ ਕੇ ਖਰੀਦਣ ਹੀ ਨਾ, ਅਤੇ ਕੀਮਤਾਂ ਉਸ ਹਿਸਾਬ ਨਾਲ ਤੈਅ ਕੀਤੀਆਂ ਜਾਂਦੀਆਂ ਕਿ ਜਿਹੜਾ ਕਿ ਗਾਹਕ ਵੀ ਹੈ ਉਹਨੂੰ ਉਸ ਪ੍ਰੋਡਕਟ ਦੀ ਗੁਣਵੱਤਾ ਦੇ ਅਕੋਰਡਿੰਗ ਹੀ ਕੀਮਤ ਦੇ ਉੱਤੇ ਉਹ ਚੀਜ਼ ਮਿਲੇ। ਇਸ ਲਈ ਪ੍ਰਚੂਨ ਕੀਮਤਾਂ ਜਿਹੜੀਆਂ ਉਹ ਗਾਹਕਾਂ ਦਾ ਵੀ ਹਮੇਸ਼ਾ ਉਸ ਚੀਜ਼ ਦੇ ਵਿੱਚ ਧਿਆਨ ਰੱਖਿਆ ਜਾਂਦਾ ਹੈ, ਇਕੱਲਾ ਪ੍ਰਚੂਨਕਾਰ ਦਾ ਹੀ ਨਹੀਂ। ਹੁਣ ਅਸੀਂ ਅਗਲੇ ਟੌਪਿਕ ਵੱਲ ਵਧਦੇ ਹਾਂ, ਜੋ ਹੈ ਕਿ ਕੀਮਤ ਨਿਰਧਾਰਨ ਕਰਨ ਦੀਆਂ ਵਿਧੀਆਂ। ਇਸ ਵਿੱਚ 3 ਵਿਧੀਆਂ ਹਨ: ਲਾਗਤ ਅਨੁਸਾਰ ਕੀਮਤ, ਮੰਗ ਅਨੁਸਾਰ ਕੀਮਤ ਅਤੇ ਮੁਕਾਬਲਾ ਆਧਾਰਿਤ ਕੀਮਤ। ਅਸੀਂ ਪਹਿਲੀ ਜਿਹੜੀ ਵਿਧੀ ਹੈ ਉਸ ਦੇ ਬਾਰੇ ਗੱਲ ਕਰਾਂਗੇ, ਲਾਗਤ ਅਨੁਸਾਰ ਕੀਮਤ। ਇਸ ਵਿੱਚ 3 ਤਰ੍ਹਾਂ ਦੀਆਂ ਕੀਮਤਾਂ ਆ ਜਾਂਦੀਆਂ ਨੇ: ਕਾਸਟ ਪਲੱਸ ਮੈਥਡ, ਮਾਰਜਨਲ ਕਾਸਟ ਪ੍ਰਾਈਸਿੰਗ ਅਤੇ ਰੇਟ ਆਫ ਰਿਟਰਨ ਪ੍ਰਾਈਸਿੰਗ।
ਕੋਸਟ ਪਲਸ ਮੈਥਡ ਹੈ ਜਿਹੜਾ, ਇਸ ਵਿੱਚ ਇਸ ਨੂੰ ਪੂਰੀ ਲਾਗਤ ਕੀਮਤ ਅਤੇ ਬਾਜ਼ਾਰ ਵਾਲੀ ਕੀਮਤ ਵੀ ਕਿਹਾ ਜਾਂਦਾ ਹੈ, ਕਿਉਂਕਿ ਕੀਮਤਾਂ ਵਿੱਚ ਉਤਪਾਦ 'ਤੇ ਲੱਗੀ ਹੋਈ ਜਿਹੜੀ ਸਮੱਗਰੀ ਜਾਂ ਮਜ਼ਦੂਰੀ ਜਾਂ ਉੱਪਰੀ ਖਰਚੇ ਵਿਚਾਰੇ ਜਾਂਦੇ ਹਨ ਅਤੇ ਪਹਿਲਾਂ ਹੀ ਹੋਣ ਵਾਲੇ ਮੁਨਾਫਿਆਂ ਬਾਰੇ ਵਿਚਾਰ ਵੀ ਕੀਤਾ ਜਾਂਦਾ ਹੈ। ਇਸ ਲਈ ਇਸ ਨੂੰ ਸਮੇਤ ਲਾਗਤ ਵਾਲੀ ਵਿਧੀ ਜਾਂ ਕੋਸਟ ਪਲਸ ਮੈਥਡ ਵੀ ਕਿਹਾ ਜਾਂਦਾ ਹੈ। ਦੂਸਰੀ ਜਿਹੜੀ ਕਿਸਮ ਹੈ, ਉਹ ਵਿਧੀ ਹੈ, ਉਹ ਹੈ ਕਿ ਲਾਗਤ ਆਧਾਰਿਤ ਘੱਟੋ ਘੱਟ ਕੀਮਤ, ਜਿਸ ਨੂੰ ਆਪਾਂ ਮਾਰਜਨਲ ਕੋਸਟ ਪ੍ਰਾਈਸਿੰਗ ਵੀ ਕਹਿ ਦਿੰਦੇ ਹਾਂ। ਇਸ ਵਿਧੀ ਵਿੱਚ ਨਿਰਧਾਰਿਤ ਲਾਗਤ ਹੈ ਜਿਹੜਾ ਉਹਨੂੰ ਨਕਾਰਿਆ ਜਾਂਦਾ ਹੈ ਅਤੇ ਜ਼ਰੂਰਤ ਦੇ ਆਧਾਰ 'ਤੇ ਕੀਮਤ ਤੈਅ ਕੀਤੀ ਜਾਂਦੀ ਹੈ। ਕਿਸੇ ਖਾਸ ਤਰ੍ਹਾਂ ਦੇ ਉਤਪਾਦ ਦੀ ਕੀਮਤ ਸਿੱਧੇ ਤੌਰ 'ਤੇ ਪ੍ਰਚੂਨ ਵਪਾਰੀ ਤੈਅ ਕਰ ਲੈਂਦਾ ਹੈ। ਪ੍ਰਚੂਨ ਵਪਾਰੀ ਰਾਹੀਂ ਉਸ ਉਤਪਾਦ ਵਿੱਚ ਵੱਧ ਤੋਂ ਵੱਧ ਕਿੰਨਾ ਯੋਗਦਾਨ ਪਾਇਆ ਗਿਆ ਹੈ ਜਾਂ ਉਸਨੇ ਉਸ ਉਤਪਾਦ ਨੂੰ ਵੱਧ ਤੋਂ ਵੱਧ ਕਿੰਨੀ ਮਾਤਰਾ ਵਿੱਚ ਵੇਚਿਆ ਹੈ। ਕੰਪਨੀ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਮਤ ਨੂੰ ਨਿਰਧਾਰਿਤ ਕਰਦੀ ਹੈ। ਅਗਲਾ ਹੈ ਰੇਟ ਆਫ ਰਿਟਰਨ ਪ੍ਰਾਈਸਿੰਗ। ਇਸ ਵਿਧੀ ਵਿੱਚ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ਕਿ ਫਰਮ ਵੱਲੋਂ ਜਿੰਨੀ ਵੀ ਪੂੰਜੀ ਲਗਾਈ ਜਾਂਦੀ ਹੈ ਉਹ ਮੁਨਾਫੇ ਅਨੁਸਾਰ ਵਾਪਸ ਹੋ ਰਹੀ ਹੈ ਕਿ ਨਹੀਂ। ਇਸ ਵਿੱਚ ਅਜਿਹੇ ਹਾਲਾਤ ਦੇਖੇ ਜਾਂਦੇ ਹਨ ਕਿਉਂਕਿ ਪੂੰਜੀ ਦਾ ਲਗਾਉਣਾ ਜਿਹੜਾ ਵਪਾਰ ਦੀ ਮੰਦੀ ਅਤੇ ਤੇਜ਼ੀ ਦੇ ਉੱਤੇ ਨਿਰਭਰ ਕਰਦਾ ਹੈ। ਅਗਲਾ ਹੈ ਮੰਗ ਅਨੁਸਾਰ ਕੀਮਤ। ਇਸ ਵਿਧੀ ਵਿੱਚ ਕੀ ਹੁੰਦਾ ਹੈ ਕਿ ਉਤਪਾਦ ਦੀ ਜਿਹੜੀ ਬਾਜ਼ਾਰ ਵਿੱਚ ਮੰਗ ਹੈ ਉਹ ਕਿਸ ਤਰ੍ਹਾਂ ਦੀ ਹੈ ਅਤੇ ਤਾਂ ਹੀ ਕੀਮਤਾਂ ਤੈਅ ਕੀਤੀਆਂ ਜਾਂਦੀਆਂ ਹਨ। ਇਹਦੇ ਵਿੱਚ ਜਿਹੜਾ ਪਹਿਲਾਂ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਉਹ ਹੈ ਸਕੀਮਿੰਗ ਪ੍ਰਾਈਸਿੰਗ। ਸਕੀਮਿੰਗ ਪ੍ਰਾਈਸਿੰਗ ਦੇ ਵਿੱਚ ਕੀ ਹੁੰਦਾ ਕਿ ਜਦੋਂ ਫਸਟ ਟਾਈਮ ਪ੍ਰੋਡਕਟ ਨੂੰ ਇੰਟਰੋਡਿਊਸ ਕੀਤਾ ਜਾਂਦਾ ਮਾਰਕੀਟ ਦੇ ਵਿੱਚ, ਅਤੇ ਉਹਦੀ ਮਾਰਕੀਟਿੰਗ ਇੰਨੀ ਕੀਤੀ ਜਾਂਦੀ ਹੈ ਕਿ ਉਸ ਪ੍ਰੋਡਕਟ ਦੀ ਕੀਮਤ ਹੈ ਉਹ ਵੱਧ ਤੋਂ ਵੱਧ ਰੱਖ ਲਈ ਜਾਂਦੀ ਹੈ ਅਤੇ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਲਿਆ ਜਾਂਦਾ ਹੈ। ਲਾਭ ਪ੍ਰਾਪਤ ਕਰਨ ਤੋਂ ਬਾਅਦ ਹੌਲੀ ਹੌਲੀ ਕੀ ਹੈ ਕਿ ਉਸ ਪ੍ਰੋਡਕਟ ਦੀਆਂ ਜਿਹੜੀਆਂ ਕੀਮਤਾਂ ਉਹ ਘੱਟ ਕਰ ਦਿੱਤੀਆਂ ਜਾਂਦੀਆਂ ਹਨ। ਇਹਨਾਂ ਵਿੱਚ ਜਿਹੜੇ ਪ੍ਰੋਡਕਟ ਆ ਜਾਂਦੇ ਆ ਉਹ ਜ਼ਿਆਦਾ ਲਗਜ਼ੂਰੀਅਸ ਪ੍ਰੋਡਕਟ ਆ ਜਾਂਦੇ ਆ। ਅਗਲਾ ਜਿਹੜਾ ਪੁਆਇੰਟ ਹੈ ਉਹ ਹੈ ਪੈਨੀਟ੍ਰੇਸ਼ਨ ਪ੍ਰਾਈਸਿੰਗ। ਇਹਦੇ ਵਿੱਚ ਕੀ ਹੁੰਦਾ ਹੈ ਕਿ ਪ੍ਰੋਡਕਟ ਦੀ ਜਿਹੜਾ ਸਟਾਰਟਿੰਗ ਇੰਟਰੋਡਿਊਸ ਜਦੋਂ ਕੀਤਾ ਜਾਂਦਾ ਪ੍ਰੋਡਕਟ ਨੂੰ ਮਾਰਕੀਟ ਦੇ ਵਿੱਚ ਘੱਟ ਕੀਮਤਾਂ 'ਤੇ ਤੈਅ ਕਰਕੇ ਇਹਨੂੰ ਬਾਜ਼ਾਰ ਦੇ ਵਿੱਚ ਉਤਾਰਿਆ ਜਾਂਦਾ ਹੈ ਅਤੇ ਹੌਲੀ ਹੌਲੀ ਕੀ ਹੈ ਕਿ ਇਹਦੇ ਤੋਂ ਜ਼ਿਆਦਾ ਮਾਤਰਾ ਵੇਚ ਕੇ ਉਹਦੇ ਜਿਹੜੇ ਲਾਭ ਪ੍ਰਾਪਤ ਕਰ ਲਏ ਜਾਂਦੇ ਹਨ ਅਤੇ ਹੌਲੀ ਹੌਲੀ ਕੀ ਹੈ ਕਿ ਇਸ ਨੂੰ ਜ਼ਿਆਦਾ ਉਤਸ਼ਾਹਿਤ ਕਰਕੇ ਗਾਹਕਾਂ ਨੂੰ ਵੇਚ ਕੇ ਅਤੇ ਇਹਦੀ ਜਿਹੜੀ ਕੀਮਤ ਹੈ ਉਹ ਵਧਾਈ ਜਾਂਦੀ ਹੈ। ਅਗਲਾ ਹੈ ਮੁਕਾਬਲਾ ਆਧਾਰਿਤ ਕੀਮਤਾਂ। ਇਸ ਵਿੱਚ 3 ਤਰ੍ਹਾਂ ਦੀਆਂ ਕੀਮਤਾਂ ਜਿਹੜੀਆਂ ਵਿਧੀਆਂ ਤੈਅ ਕੀਤੀਆਂ ਜਾਂਦੀਆਂ ਹਨ: ਪ੍ਰੀਮੀਅਮ ਪ੍ਰਾਈਸਿੰਗ, ਡਿਸਕਾਊਂਟ ਪ੍ਰਾਈਸਿੰਗ ਅਤੇ ਪੈਰਿਟੀ ਪ੍ਰਾਈਸਿੰਗ। ਪਹਿਲਾ ਹੈ ਪ੍ਰੀਮੀਅਮ ਪ੍ਰਾਈਸਿੰਗ। ਇਹਦੇ ਵਿੱਚ ਕੀ ਹੈ ਕਿ ਬਾਜ਼ਾਰ ਦੇ ਵਿੱਚ ਉਤਪਾਦ ਹੈ ਜਿਹੜਾ ਪ੍ਰੋਡਕਟ ਦੀ ਜਿਹੜੀ ਉਹ ਕੀਮਤ ਹੈ ਉਹ ਪਹਿਲਾਂ ਹੀ ਵੱਧ ਤੋਂ ਵੱਧ ਤੈਅ ਕੀਤੀ ਜਾਂਦੀ ਹੈ ਤਾਂ ਕਿ ਵੱਧ ਤੋਂ ਵੱਧ ਮੁਨਾਫਾ ਕਮਾਇਆ ਜਾ ਸਕੇ। ਦੂਸਰਾ ਹੈ ਡਿਸਕਾਊਂਟ ਪ੍ਰਾਈਸਿੰਗ। ਡਿਸਕਾਊਂਟ ਪ੍ਰਾਈਸਿੰਗ ਦੇ ਵਿੱਚ ਕੀ ਕੀਤਾ ਜਾਂਦਾ ਹੈ ਕਿ ਕੀਮਤਾਂ ਜਿਹੜੀਆਂ ਉਹ ਘੱਟ ਰੱਖ ਕੇ ਮੁਨਾਫਾ ਕਮਾਇਆ ਜਾਂਦਾ ਹੈ ਅਤੇ ਪ੍ਰੋਡਕਟ ਨੂੰ ਵੱਧ ਤੋਂ ਵੱਧ ਸੇਲ ਕੀਤਾ ਜਾਂਦਾ ਹੈ। ਤੀਸਰਾ ਹੈ ਪੈਰਿਟੀ ਪ੍ਰਾਈਸਿੰਗ। ਪੈਰਿਟੀ ਪ੍ਰਾਈਸਿੰਗ ਤੋਂ ਭਾਵ ਹੈ ਕਿ ਜਿਹੜਾ ਬਾਜ਼ਾਰ ਦੇ ਵਿੱਚ ਉਤਪਾਦ ਦੀ ਕੀਮਤ ਹੈ ਉਹ ਇੱਕ ਬਰਾਬਰ ਜਿਹੀ ਰੱਖੀ ਜਾਂਦੀ ਹੈ ਤਾਂ ਕਿ ਜਿਹੜਾ ਗਾਹਕ ਨੂੰ ਹੈ ਜਿਹੜੇ ਉਹਦੀ ਗੁਣਵੱਤਾ ਦੇ ਮੁਤਾਬਿਕ ਉਹ ਚੀਜ਼ਾਂ ਵੇਚੀਆਂ ਜਾਣ। ਇਸ ਦੇ ਨਾਲ ਹੀ ਸਾਡਾ ਜਿਹੜਾ ਸੈਕਿੰਡ ਸੈਸ਼ਨ ਆ ਉਹ ਸਮਾਪਤ ਹੁੰਦਾ ਹੈ। ਅਸੀਂ ਹੁਣ ਅਗਲੇ ਸੈਸ਼ਨ ਵੱਲ ਵਧਾਂਗੇ। ਤੀਸਰਾ ਸੈਸ਼ਨ ਜੋ ਕਿ ਹੈ ਪ੍ਰਮੋਸ਼ਨ ਮਿਕਸ। ਪ੍ਰਮੋਸ਼ਨ ਮਿਕਸ ਤੋਂ ਭਾਵ ਹੈ ਕਿ ਵਿਕਰੀ ਵਧਾਉਣ ਦੇ ਯਤਨ। ਇਸ ਵਿੱਚ ਕੀ ਹੈ ਕਿ ਜਿਹੜੇ ਉਤਪਾਦ ਹੈ ਉਹਨੂੰ ਮਾਰਕੀਟ ਦੇ ਵਿੱਚ ਕਿਵੇਂ ਮਾਰਕੀਟਿੰਗ ਉਹਦੀ ਕੀਤੀ ਜਾਂਦੀ ਹੈ ਉਸ ਤੋਂ। ਜਿਵੇਂ ਆਪਾਂ ਗੱਲ ਕਰੀਏ ਕਿ ਇਹਦੇ ਵਿੱਚ ਇੱਕ ਹੋਰ ਵੀ ਦੇਖਿਆ ਜਾਂਦਾ ਹੈ ਕਿ ਪ੍ਰਚੂਨਕਾਰ ਵੱਲੋਂ ਕਿਸ ਤਰ੍ਹਾਂ ਦੀਆਂ ਸਰਵਿਸਿਜ਼ ਵਗੈਰਾ ਜਾਂ ਸੇਵਾਵਾਂ ਵਗੈਰਾ ਆਪਣੇ ਗਾਹਕਾਂ ਨੂੰ ਪ੍ਰਦਾਨ ਕੀਤੀਆਂ ਉਹਦੇ ਬਾਰੇ ਜਾਣਕਾਰੀ ਮਿਲ ਜਾਂਦੀ ਹੈ, ਕਿਉਂਕਿ ਜਿੰਨੀ ਪ੍ਰਮੋਸ਼ਨ ਜ਼ਿਆਦਾ ਹੋਵੇਗੀ ਉਤਪਾਦ ਵੀ ਉਨੇ ਹੀ ਜ਼ਿਆਦਾ ਵਿਕਰੀ ਦੇ ਲਈ ਅੱਗੇ ਗਾਹਕਾਂ ਦੇ ਪੇਸ਼ ਕੀਤੇ ਜਾਣਗੇ। ਹੁਣ ਆਪਾਂ ਗੱਲ ਕਰਦੇ ਹਾਂ ਪ੍ਰਚੂਨ ਨੂੰ ਪ੍ਰਫੁੱਲਿਤ ਕਰਨ ਦਾ ਜਿਹੜਾ ਮਹੱਤਵ ਕੀ ਹੈ ਜਾਂ ਪ੍ਰਮੋਸ਼ਨ ਮਿਕਸ ਦੇ ਜਿਹੜੇ ਬੈਨੀਫਿਟ ਜਾਂ ਇੰਪੋਰਟੈਂਟ ਕੀ ਹੈ। ਇਹਦੇ ਨਾਲ ਕੀ ਹੈ ਕਿ ਗਾਹਕਾਂ ਦੇ ਵਿੱਚ ਹਾਂ ਪੱਖੀ ਰਵੱਈਆ ਜਿਹੜਾ ਉਹ ਅਪਣਾਇਆ ਜਾਂਦਾ ਹੈ ਕਿ ਗਾਹਕਾਂ ਨੂੰ ਆਕਰਸ਼ਿਤ ਈਜ਼ੀਲੀ ਕੀਤਾ ਜਾ ਸਕਦਾ ਹੈ ਪ੍ਰੋਡਕਟ ਦੇ ਪ੍ਰਤੀ। ਦੂਜਾ ਹੈ ਕਿ ਗਾਹਕਾਂ ਨੂੰ ਉਤਪਾਦ ਸੰਬੰਧੀ ਜਾਣਕਾਰੀ ਹੈ ਅਤੇ ਉਹਦੇ ਬਾਰੇ ਜਿਹੜੇ ਮਹੱਤਵ ਹੈ ਜਾਂ ਉਹਦੇ ਕੀ ਬੈਨੀਫਿਟਸ ਵਗੈਰਾ ਨੇ ਪ੍ਰੋਡਕਟ ਦੇ ਉਹ ਦੱਸੇ ਜਾਂਦੇ ਹਨ। ਤੀਜਾ ਹੈ ਕਿ ਗਾਹਕਾਂ ਨੂੰ ਆਸਾਨੀ ਨਾਲ ਆਪਣੇ ਨਾਲ ਜੋੜ ਕੇ ਰੱਖਿਆ ਜਾਂਦਾ ਹੈ। ਜਿੰਨੀ ਜ਼ਿਆਦਾ ਪ੍ਰਮੋਸ਼ਨ ਪ੍ਰਚੂਨ ਵਪਾਰੀ ਵੱਲੋਂ ਕੀਤੀ ਜਾਊਗੀ ਗਾਹਕ ਉਸ ਦੇ ਨਾਲ ਉਨਾ ਹੀ ਜੁੜੇਗਾ। ਹੁਣ ਅਸੀਂ ਅੱਗੇ ਪੜ੍ਹਾਂਗੇ ਕਿ ਪ੍ਰਚੂਨ ਨੂੰ ਜਿਹੜੇ ਪ੍ਰਫੁੱਲਿਤ ਕਰਨ ਦੀਆਂ ਵਿਧੀਆਂ ਕਿਹੜੀਆਂ ਨੇ, ਪ੍ਰਮੋਸ਼ਨ ਮਿਕਸ ਦੀਆਂ ਜਿਹੜੀਆਂ ਟੈਕਨੀਕਸ ਵਗੈਰਾ ਕਿਹੜੀਆਂ ਨੇ। ਇਸ ਵਿੱਚ ਜਿਹੜਾ ਪਹਿਲਾ ਆ ਜਾਂਦਾ ਪੇਡ ਇੰਪਰਸਨਲ ਕਮਿਊਨੀਕੇਸ਼ਨ। ਪੇਡ ਇੰਪਰਸਨਲ ਕਮਿਊਨੀਕੇਸ਼ਨ ਵਿੱਚ ਕੀ ਹੁੰਦਾ ਹੈ ਕਿ ਪੈਸਾ ਖਰਚ ਕੇ ਜਿਹੜਾ ਆਮ ਲੋਕਾਂ ਦੇ ਨਾਲ ਸੰਪਰਕ ਕੀਤਾ ਜਾਂਦਾ ਹੈ। ਇਸ ਵਿੱਚ ਜਿਹੜਾ ਪਹਿਲਾ ਪੁਆਇੰਟ ਹੈ ਐਡਵਰਟਾਈਜ਼ਿੰਗ। ਐਡਵਰਟਾਈਜ਼ਿੰਗ ਤੋਂ ਅਸੀਂ ਸਾਰੇ ਜਾਣੂ ਹਾਂ ਕਿ ਜਿਵੇਂ TV ਦੇ ਉੱਤੇ ਜਾਂ ਰੇਡੀਓ ਦੇ ਉੱਤੇ ਇਸ਼ਤਿਹਾਰਬਾਜ਼ੀ ਜਾਂ ਐਡਵਰਟਾਈਜ਼ ਕੀਤਾ ਜਾਂਦਾ ਪ੍ਰੋਡਕਟ ਨੂੰ। ਦੂਸਰਾ ਹੈ ਸੇਲ ਪ੍ਰਮੋਸ਼ਨ। ਸੇਲ ਪ੍ਰਮੋਸ਼ਨ ਦੇ ਵਿੱਚ ਕੀ ਕੀਤਾ ਜਾਂਦਾ ਕਿ ਕੁਝ ਪ੍ਰੋਡਕਟ ਹੈ ਜਿਹੜੇ ਨਿਊ ਇੰਟਰੋਡਿਊਸ ਹੋਏ ਹੁੰਦੇ ਆ ਉਹਨਾਂ ਨੂੰ ਫ੍ਰੀ ਹੈ ਜਿਹੜਾ ਕਸਟਮਰਸ ਨੂੰ ਦੇ ਕੇ ਉਹਦੀ ਪ੍ਰਮੋਸ਼ਨ ਕੀਤੀ ਜਾਂਦੀ ਹੈ। ਤੀਸਰਾ ਹੈ ਸਟੋਰ ਐਟਮੋਸਫੀਅਰ। ਸਟੋਰ ਐਟਮੋਸਫੀਅਰ ਤੋਂ ਭਾਵ ਹੈ ਕਿ ਰਿਟੇਲ ਸਟੋਰ ਦੇ ਵਿੱਚ ਇਸ ਤਰ੍ਹਾਂ ਕਈ ਤਰ੍ਹਾਂ ਦੀਆਂ ਮਤਲਬ ਕਹਿ ਲਓ ਕਿ ਆਪਾਂ ਐਕਟੀਵਿਟੀਜ਼ ਵਗੈਰਾ ਕਰਕੇ ਜਿਵੇਂ ਲਾਈਟਿੰਗ ਵਗੈਰਾ ਜਾਂ ਉਹਨੂੰ ਰੈਨੋਵੇਟ ਕਰਕੇ
ਸਟੋਰ ਨੂੰ ਵਧੀਆ ਦਿੱਖ ਬਣਾ ਕੇ ਉਹਦੀ ਜਿਹੜਾ ਹੈ ਕਿ ਪ੍ਰਮੋਸ਼ਨ ਕੀਤੀ ਜਾਂਦੀ ਹੈ। ਚੌਥਾ ਹੈ ਰਿਟੇਲ ਵੈਬਸਾਈਟ। ਰਿਟੇਲ ਵੈਬਸਾਈਟ ਤੋਂ ਭਾਵ ਹੈ ਕਿ ਹਰੇਕ ਜਿੰਨੇ ਵੀ ਪ੍ਰਚੂਨਕਾਰ ਹੈ ਉਹਨਾਂ ਦੀ ਆਪਣੀ ਰਿਟੇਲ ਵੈਬਸਾਈਟ ਵੀ ਹੈ, ਉਹ ਉਹਦੇ ਉੱਤੇ ਵੀ ਆਪਣੇ ਜਿਹੜੇ ਪ੍ਰਮੋਸ਼ਨ ਦੀ ਗਤੀਵਿਧੀਆਂ ਨੂੰ ਚਲਾਉਂਦੇ ਹਨ ਤਾਂ ਕਿ ਕਸਟਮਰ ਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਅਟਰੈਕਟ ਕੀਤਾ ਜਾਵੇ। ਦੂਜੀ ਜਿਹੜੀ ਵਿਧੀ ਹੈ ਪੈਸਾ ਖਰਚ ਕੇ ਨਿੱਜੀ ਸੰਪਰਕ ਬਣਾਉਣਾ, ਪੇਡ ਪਰਸਨਲ ਕਮਿਊਨੀਕੇਸ਼ਨ। ਇਹਦੇ ਵਿੱਚ ਕੀ ਹੈ ਕਿ ਪਹਿਲਾ ਪਰਸਨਲ ਸੈਲਿੰਗ, ਵਿਅਕਤੀਗਤ ਵਿਕਰੀ ਦੇ ਲਈ ਉਕਸਾਇਆ ਜਾਂਦਾ ਗਾਹਕ ਨੂੰ, ਮਤਲਬ ਪਰਸਨਲੀ ਉਹਨੂੰ ਜਿਹੜਾ ਸੰਪਰਕ ਬਣਾ ਕੇ ਕਸਟਮਰ ਨੂੰ ਉਹਦੇ ਲਈ ਪ੍ਰੋਡਕਟ ਦੇ ਲਈ ਵੱਲ ਖਿੱਚਿਆ ਜਾਂਦਾ ਹੈ। ਦੂਸਰਾ ਹੈ ਈਮੇਲ। ਈਮੇਲ ਦੇ ਰਾਹੀਂ ਕੀ ਹੈ ਕਿ ਕਸਟਮਰ ਨੂੰ ਪਰਸਨਲੀ ਉਹਨੂੰ ਮੇਲਸ ਵਗੈਰਾ ਭੇਜ ਕੇ ਨਵੇਂ ਆਏ ਪ੍ਰੋਡਕਟਾਂ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਜਾਂ ਕੈਟਾਲੌਗ ਭੇਜ ਕੇ ਉਹਨੂੰ ਖਰੀਦਦਾਰੀ ਦੇ ਲਈ ਉਕਸਾਉਂਦੇ ਨੇ। ਅਗਲਾ ਹੈ ਅਨਪੇਡ ਇਮਪਰਸਨਲ ਕਮਿਊਨੀਕੇਸ਼ਨ, ਆਮ ਲੋਕਾਂ ਨਾਲ ਮੁਫਤ ਜਾਂ ਸਿੱਧਾ ਸੰਪਰਕ। ਇਹਦੇ ਵਿੱਚ ਜਿਹੜਾ ਪ੍ਰਮੋਸ਼ਨ ਹੈ ਉਹ ਪਬਲਿਸਿਟੀ ਵਗੈਰਾ ਕਰਕੇ ਕੀਤੀ ਜਾਂਦੀ ਹੈ, ਨਿਊਜ਼ਪੇਪਰ ਦੇ ਵਿੱਚ ਜਾਂ ਕੋਈ ਕਨੋਪੀ ਵਗੈਰਾ ਲਗਾ ਕੇ ਉੱਥੇ ਪ੍ਰੋਡਕਟ ਨੂੰ ਜਿਹੜਾ ਡਿਸਪਲੇ ਕਰਕੇ ਫ੍ਰੀ ਆਫ ਕਾਸਟ ਜਿਹੜਾ ਪਬਲਿਕ ਨੂੰ ਦੱਸਿਆ ਜਾਂਦਾ ਕਿ ਆਹ ਸਾਡੇ ਕੋਲ ਪ੍ਰੋਡਕਟ ਆਇਆ ਅਤੇ ਉਹਦੇ ਇਹ ਬੈਨੀਫਿਟਸ ਹਨ। ਦੂਸਰਾ ਹੈ ਜਿਹੜਾ ਪਬਲਿਕ ਰਿਲੇਸ਼ਨ ਵੀ ਸੇਮ ਉਸੇ ਤਰ੍ਹਾਂ ਪਬਲਿਸਿਟੀ ਵਾਂਗ ਹੀ ਹੈ ਕਿ ਮਸ਼ਹੂਰੀ ਵਗੈਰਾ ਕਰਕੇ ਜਨਤਕ ਸੰਪਰਕ ਹੈ ਜਿਹੜਾ ਆਪਾਂ ਕਹਿ ਲਈਏ ਕਿ ਮਾਰਕੀਟ ਦੇ ਵਿੱਚ ਡਾਇਰੈਕਟਲੀ ਹੈ ਜਿਹੜਾ ਡਿਸਪਲੇ ਕਰਕੇ ਪ੍ਰੋਡਕਟਸ ਦੇ ਬਾਰੇ ਜਾਣਕਾਰੀ ਦਿੱਤੀ ਹੈ। ਆਮ ਲੋਕਾਂ ਨਾਲ ਨਿੱਜੀ ਤੌਰ 'ਤੇ ਸੰਪਰਕ ਕਰਕੇ, ਇਹ ਵੀ ਅਨਪੇਡ ਪਰਸਨਲ ਕਮਿਊਨੀਕੇਸ਼ਨ ਹੈ। ਇਸ ਦੇ ਵਿੱਚ ਜਿਹੜਾ ਹੈ ਕਿ ਵਰਡ ਆਫ ਮਾਊਥ ਕਮਿਊਨੀਕੇਸ਼ਨ, ਇਹਦੇ ਵਿੱਚ ਕੀ ਹੈ ਕਿ ਪ੍ਰਚੂਨਕਾਰ ਦੇ ਜਿਹੜੇ ਗਾਹਕ ਹੈ ਉਹ ਆਪਸ ਦੇ ਵਿੱਚ ਇੱਕ ਦੂਜੇ ਨੂੰ ਪ੍ਰੋਡਕਟ ਦੇ ਬਾਰੇ ਜਾਣਕਾਰੀ ਦੇ ਕੇ ਜਿਹੜੀ ਪ੍ਰਮੋਸ਼ਨ ਹੈ ਉਹ ਕਰਦੇ ਆ ਪ੍ਰੋਡਕਟਸ ਦੀ। ਇਸ ਦੇ ਨਾਲ ਹੀ ਸਾਡਾ ਜਿਹੜਾ ਤੀਸਰਾ ਸੈਸ਼ਨ ਆ ਉਹ ਖਤਮ ਹੋ ਜਾਂਦਾ ਹੈ, ਕੰਪਲੀਟ ਹੋ ਜਾਂਦਾ ਹੈ। ਅਤੇ ਹੁਣ ਅਸੀਂ ਅਗਲੇ ਸੈਸ਼ਨ ਵੱਲ ਵਧਾਂਗੇ। ਸੈਸ਼ਨ ਨੰਬਰ 4, ਵੱਖ-ਵੱਖ ਸਥਾਨਾਂ ਦਾ ਨਿਰਧਾਰਨ ਕਰਨਾ, ਜਿਸ ਨੂੰ ਅਸੀਂ ਪਲੇਸ ਮਿਕਸ ਵੀ ਕਹਿ ਦਿੰਦੇ ਹਾਂ। ਇਹਦੇ ਵਿੱਚ ਕੀ ਹੁੰਦਾ ਕਿ ਸਥਾਨ ਨਿਰਧਾਰਨ ਕਰਨਾ ਇੱਕ ਅਜਿਹਾ ਤੱਤ ਹੈ ਜਿਸ ਰਾਹੀਂ ਅਸੀਂ ਸਹੀ ਜਗ੍ਹਾ ਬਾਰੇ ਫੈਸਲਾ ਲੈ ਸਕਦੇ ਹਾਂ। ਇਹ ਉਹ ਸਾਧਨ ਹੈ ਜਿੱਥੇ ਪ੍ਰਚੂਨ ਦੁਕਾਨਦਾਰ ਆਪਣੇ ਉਤਪਾਦ ਦੀ ਵਿਕਰੀ ਅਤੇ ਸੇਵਾ ਲਈ ਉਤਸ਼ਾਹਿਤ ਹੁੰਦਾ ਹੈ। ਪਲੇਸ ਜਿਹੜਾ ਨਿਰਧਾਰਨ ਕਰਨਾ ਉਹ ਇੱਕ ਬਹੁਤ ਹੀ ਮਹੱਤਵਪੂਰਨ ਤੱਤ ਹੈ, ਕਿਉਂਕਿ ਪ੍ਰਚੂਨਕਾਰ ਆਪਣੀ ਦੁਕਾਨ ਹੈ ਜਿਹੜੀ ਉਹ ਉਸ ਏਰੀਏ ਦੇ ਵਿੱਚ ਹੀ ਸਥਾਪਿਤ ਕਰਦਾ ਹੈ ਜਿੱਥੇ ਗਾਹਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਆਕਰਸ਼ਿਤ ਕੀਤਾ ਜਾ ਸਕੇ ਅਤੇ ਵਿਕਰੀ ਨੂੰ ਵਧਾਇਆ ਜਾ ਸਕੇ। ਇਸ ਦੀ ਸਹਾਇਤਾ ਨਾਲ ਉਤਪਾਦ ਨੂੰ ਸਹੀ ਢੰਗ ਨਾਲ ਸਟੋਰ ਕਰਨਾ, ਆਵਾਜਾਈ ਦੀ ਸਹੂਲਤ ਹੋਣੀ, ਬਾਜ਼ਾਰ ਦੇ ਨੇੜੇ ਹੋਣਾ ਤਾਂ ਕਿ ਉਤਪਾਦ ਨੂੰ ਆਸਾਨੀ ਨਾਲ ਜਿਹੜਾ ਗਾਹਕਾਂ ਤੱਕ ਪਹੁੰਚ ਕਰ ਸਕਣੀ। ਸਥਾਨ ਹੈ ਜਿਹੜਾ ਉਸ ਦੇ ਵਿੱਚ ਜਿਹੜੇ ਬਾਕੀ ਦੇ ਤੱਤ ਆਪਾਂ ਡਿਸਕਸ ਕਰਾਂਗੇ। ਉਸ ਦੇ ਵਿੱਚ ਜਿਹੜਾ ਪਹਿਲਾ ਤੱਤ ਹੈ ਕਿ ਵੰਡ ਦੇ ਸਾਧਨ, ਚੈਨਲਸ ਆਫ ਡਿਸਟਰੀਬਿਊਸ਼ਨ ਵੀ ਜਿਹੜਾ ਬਹੁਤ ਮਹੱਤਵਪੂਰਨ ਰੱਖਦਾ ਹੈ, ਕਿਉਂਕਿ ਮੈਨੂਫੈਕਚਰਰ ਹੈ ਜਿਹੜੇ ਅੱਗੇ ਹੋਲਸੇਲਰ ਨੂੰ ਜਿਹੜੇ ਪ੍ਰੋਡਕਟ ਪਹੁੰਚਾਉਂਦੇ ਹਨ, ਹੋਲਸੇਲਰ ਹੈ ਜਿਹੜੇ ਅੱਗੇ ਉਹ ਰਿਟੇਲਰ ਤੱਕ ਪਹੁੰਚ ਕਰਦੇ ਹਨ ਅਤੇ ਇਸੇ ਤਰ੍ਹਾਂ ਜਿਹੜੇ ਰਿਟੇਲਰ ਆ ਉਹ ਕਸਟਮਰਸ ਦੇ ਨਾਲ ਜਾਂ ਕੰਜ਼ਿਊਮਰਸ ਦੇ ਨਾਲ ਪਹੁੰਚ ਕਰਦੇ ਹਨ। ਇਸੇ ਲਈ ਜਿਹੜਾ ਪਲੇਸ ਮਿਕਸ ਹੈ ਉਹ ਆਪਣੇ ਆਪ ਵਿੱਚ ਮਾਰਕੀਟਿੰਗ ਮਿਕਸ ਦਾ ਜਿਹੜਾ ਉਹ ਇੱਕ ਬਹੁਤ ਜ਼ਰੂਰੀ ਅੰਗ ਹੈ। ਅਗਲਾ ਹੈ ਆਵਾਜਾਈ ਦੇ ਨਾਲ ਹੀ ਆਪਾਂ ਕਸਟਮਰ ਤੱਕ ਪਹੁੰਚ ਕਰ ਸਕਦੇ ਹਾਂ। ਆਵਾਜਾਈ ਦੇ ਜਿਹੜੇ 3 ਤਰੀਕੇ ਹੈ, ਜ਼ਮੀਨ, ਹਵਾ, ਪਾਣੀ। ਇਹਨਾਂ ਤਰੀਕਿਆਂ ਨਾਲ ਹੀ ਜਿਹੜਾ ਹੈ ਗਾਹਕ ਨੂੰ ਜਿਹੜੇ ਉਹ ਚੀਜ਼ਾਂ ਪਹੁੰਚਾਈਆਂ ਜਾਂਦੀਆਂ ਹਨ। ਅਗਲਾ ਹੈ ਗੋਦਾਮ, ਜਿਸ ਨੂੰ ਆਪਾਂ ਵੇਅਰ ਹਾਊਸਿੰਗ ਵੀ ਕਹਿ ਦਿੰਦੇ ਹਾਂ, ਕਿ ਮਾਲ ਜਿਹੜਾ ਉਹ ਗੋਦਾਮਾਂ ਦੇ ਵਿੱਚ ਰੱਖ ਕੇ ਉਹਨੂੰ ਬਚਾਇਆ ਵੀ ਜਾਂਦਾ ਹੈ ਅਤੇ ਆਸਾਨੀ ਦੇ ਨਾਲ ਕਸਟਮਰ ਦੀ ਪਹੁੰਚ ਵੀ ਕੀਤੀ ਜਾਂਦੀ ਹੈ। ਇਸ ਦੇ ਵਿੱਚ ਕੀ ਹੁੰਦਾ ਹੈ ਕਿ ਅਗਰ ਕੋਈ ਔਖੇ ਘੜੀ ਵੇਲੇ ਕੀ ਹੈ ਕਿ ਅਗਰ ਸ਼ਾਰਟੇਜ ਪੈ ਜਾਵੇ ਤਾਂ ਗੋਦਾਮਾਂ ਦੇ ਵਿੱਚੋਂ ਮਾਲ ਜਿਹੜਾ ਕੱਢ ਕੇ ਉਹ ਮਾਰਕੀਟ ਦੇ ਵਿੱਚ ਲਿਆ ਕੇ ਕਸਟਮਰ ਨੂੰ ਅਵੇਲੇਬਲ ਕਰਵਾਇਆ ਜਾਂਦਾ ਹੈ। ਅਗਲਾ ਪੁਆਇੰਟ ਹੈ ਮੰਗ ਦੀ ਪੂਰਤੀ ਤੋਂ ਭਾਵ ਇਹ ਹੈ ਕਿ ਇਸ ਵਿੱਚ ਕੀ ਹੁੰਦਾ ਹੈ ਕਿ ਕਸਟਮਰ ਦੇ ਵੱਲੋਂ ਪ੍ਰੋਡਕਟ ਸਿਲੈਕਟ ਕਰਨ ਤੋਂ ਲੈ ਕੇ ਖਰੀਦਦਾਰੀ ਕਰਨ ਤੋਂ ਬਾਅਦ ਵੀ ਹੈ ਜਿਹੜਾ ਡਿਲੀਵਰੀ ਤੱਕ ਦੀ ਕਿਰਿਆ ਨੂੰ ਪੂਰਾ ਕੀਤਾ ਜਾਂਦਾ ਹੈ। ਇਸ ਨੂੰ ਕਹਿੰਦੇ ਨੇ ਕਿ ਆਰਡਰ ਪ੍ਰੋਸੈਸਿੰਗ। ਇਸ ਦੇ ਨਾਲ ਹੀ ਸਾਡਾ ਜਿਹੜਾ ਸੈਸ਼ਨ ਨੰਬਰ 4 ਹੈ ਉਹ ਕੰਪਲੀਟ ਹੋ ਜਾਂਦਾ ਹੈ। ਹੁਣ ਅਸੀਂ ਸੈਸ਼ਨ ਨੰਬਰ 5 ਵੱਲ ਵਧਾਂਗੇ। ਸੈਸ਼ਨ ਨੰਬਰ 5, ਪ੍ਰਕਿਰਿਆ, ਲੋਕ ਅਤੇ ਉਤਪਾਦ ਦੀ ਗੁਣਵੱਤਾ ਦਾ ਸਬੂਤ, ਪ੍ਰੋਸੈਸ, ਪੀਪਲ ਐਂਡ ਫਿਜ਼ੀਕਲ ਐਵੀਡੈਂਸ। ਇਸ ਦੇ ਵਿੱਚ ਜਿਹੜਾ ਪ੍ਰੋਸੈਸ ਹੈ, ਪ੍ਰਕਿਰਿਆ, ਉਸ ਤੋਂ ਭਾਵ ਹੈ ਕਿ ਪ੍ਰੋਡਕਟ ਜਿਹੜਾ ਹੈ ਸਟਾਰਟਿੰਗ ਤੋਂ ਇੰਟਰੋਡਿਊਸਿੰਗ ਉਹਦੀ ਕਹਿ ਲਓ ਕਿ ਆਪਾਂ ਡਿਜ਼ਾਇਨਿੰਗ ਕਰਨੀ, ਉਹਨੂੰ ਅੱਗੇ ਮਾਰਕੀਟ ਦੇ ਵਿੱਚ ਲੈ ਕੇ ਆਉਣਾ ਅਤੇ ਉਹਦੀ ਫੀਡਬੈਕ ਵਗੈਰਾ ਲੈ ਕੇ ਪ੍ਰੋਡਕਟ ਨੂੰ ਡਿਵੈਲਪ ਦੁਬਾਰਾ ਤੋਂ ਕਰਨਾ ਜਾਂ ਰੀਡਿਜ਼ਾਈਨਿੰਗ ਵਗੈਰਾ ਕਰਨੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਸ਼ਾਮਿਲ ਕੀਤੀਆਂ ਜਾਂਦੀਆਂ ਹਨ। ਇਸ ਦੇ ਵਿੱਚ ਇਹ ਵੀ ਦੇਖਿਆ ਜਾਂਦਾ ਕਿ ਉਤਪਾਦ ਨੂੰ ਜਿਹੜਾ ਬਾਜ਼ਾਰ ਵਿੱਚ ਵਧੀਆ ਹੁੰਗਾਰਾ ਮਿਲ ਰਿਹਾ ਕਿ ਨਹੀਂ, ਕਸਟਮਰ ਦੇ ਵੱਲੋਂ ਜਿਹੜਾ ਫੀਡਬੈਕ ਉਹ ਪੋਜ਼ੀਟਿਵ ਆ ਰਿਹਾ ਕਿ ਨਹੀਂ। ਫਿਰ ਉਸੇ ਤਰ੍ਹਾਂ ਹੀ ਪ੍ਰੋਡਕਟ ਨੂੰ ਜਿਹੜਾ ਹੈ ਕਿ ਰੀਡਿਜ਼ਾਈਨ ਕਰ ਲਿਆ ਜਾਂਦਾ ਹੈ। ਫਿਰ ਇਸ ਦੇ ਵਿੱਚ ਇਹ ਵੀ ਧਿਆਨ ਰੱਖਿਆ ਜਾਂਦਾ ਹੈ ਕਿ ਗਾਹਕ ਚਾਹੁੰਦੇ ਕੀ ਹਨ ਉਸ ਉਤਪਾਦ ਦੇ ਵਿੱਚ ਕਿਹੜੀ ਤਰ੍ਹਾਂ ਦੀ ਕੁਆਲਿਟੀ ਜਾਂ ਉਹ ਕਿਸ ਤਰ੍ਹਾਂ ਦੀ ਕੁਆਂਟਿਟੀ ਵਗੈਰਾ ਜਾਂ ਕਿਸ ਤਰ੍ਹਾਂ ਦੀ ਉਹਦੀ ਡਿਜ਼ਾਇਨਿੰਗ ਚਾਹੁੰਦੇ ਹਨ। ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਪ੍ਰੋਸੈਸ ਪ੍ਰਕਿਰਿਆ ਜਿਹੜੀ ਇਸ ਨੂੰ ਪੂਰਾ ਕੀਤਾ ਜਾਂਦਾ ਹੈ। ਅਗਲਾ ਜਿਹੜਾ ਪੁਆਇੰਟ ਹੈ ਪੀਪਲ, ਲੋਕ।
ਇਸ ਵਿੱਚ ਕੀ ਹੁੰਦਾ ਹੈ ਕਿ ਪ੍ਰਚੂਨ ਉਦਯੋਗ ਦੇ ਵਿੱਚ ਸਿਰਫ ਪ੍ਰਚੂਨਕਾਰ ਹੀ ਕੰਮ ਨਹੀਂ ਕਰਦੇ ਹੈਗੇ, ਉਸ ਦੇ ਨਾਲ ਜਿਹੜੇ ਵਰਕਰ ਜਾਂ EMPLOYE ਉਸ 'ਤੇ ਕੰਮ ਕਰਦੇ ਹਨ ਉਹਨਾਂ ਦੇ ਵੱਲ ਵੀ ਧਿਆਨ ਦਿੱਤਾ ਜਾਂਦਾ ਹੈ ਅਤੇ ਗਾਹਕਾਂ ਦੇ ਵੱਲ ਵੀ ਖਾਸ ਧਿਆਨ ਦਿੱਤਾ ਜਾਂਦਾ ਹੈ। ਪ੍ਰਚੂਨ ਦੇ ਵਿੱਚ ਪ੍ਰਚੂਨਕਾਰ ਖੁਦ ਜਿਹੜਾ ਓਨਰ ਹੈ ਉਸ ਦੇ ਵੱਲ ਧਿਆਨ ਦੇ ਕੇ ਉਸਦੇ ਵੱਲੋਂ ਜਿਹੜਾ ਉਸਦੇ EMPLOYE ਕਿ ਕਿਵੇਂ ਤਰ੍ਹਾਂ ਉਹ ਕੰਮ ਕਰ ਰਹੇ ਆ, ਉਹਨਾਂ ਦੇ ਵਿੱਚ ਕਿਵੇਂ ਤਾਲਮੇਲ ਹੈ ਆਪਸ ਦੇ ਵਿੱਚ, ਉਹ ਕਿੰਨੇ ਕੁ ਟ੍ਰੇਨਡ ਹੈ ਜਾਂ ਕਿੰਨੇ ਅਨਟ੍ਰੇਨਡ ਹਨ, ਉਹਨਾਂ ਦੇ ਵਿੱਚ ਜਿਹੜਾ ਹੈ ਕੰਮ ਕਰਨ ਦੀ ਜਿਹੜੀ ਸ਼ਮਤਾ ਹੈ ਉਹ ਕਿੰਨੀ ਹੈ, ਉਹ ਕਿੰਨੇ ਘੰਟਿਆਂ ਦਾ ਕੰਮ ਕਰ ਸਕਦੇ ਹਨ, ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ। ਇਸ ਲਈ ਪ੍ਰਚੂਨ ਉਦਯੋਗ ਵਿੱਚ ਕਾਮੇ, ਗਾਹਕਾਂ, ਸੰਸਥਾ ਦੀ ਵਧੀਆ ਮੈਨੇਜਮੈਂਟ ਵੱਲ ਵਧੇਰੇ ਧਿਆਨ ਦਿੱਤਾ ਜਾਂਦਾ ਹੈ। ਕਾਮਿਆਂ ਦਾ ਜਿਹੜਾ ਵਤੀਰਾ, ਵਿਹਾਰ, ਆਦਤਾਂ ਜਾਂ ਉਤਪਾਦ ਬਾਰੇ ਵੱਧ ਤੋਂ ਵੱਧ ਜਾਣਕਾਰੀ ਹੈ ਜਿਹੜੀ ਗਾਹਕਾਂ ਨੂੰ ਆਪਣੇ ਵੱਲ ਖਿੱਚਣ ਲਈ ਜਿਹੜੀ ਬਹੁਤ ਵਧੀਆ ਭੂਮਿਕਾ ਨਿਭਾਉਂਦੀ ਹੈ। ਇਸ ਦੇ ਨਾਲ ਹੀ ਹੁਣ ਅਸੀਂ ਅਗਲੇ ਪੁਆਇੰਟ ਵੱਲ ਵਧਦੇ ਹਾਂ, ਉਤਪਾਦ ਦੀ ਗੁਣਵੱਤਾ ਦਾ ਸਬੂਤ। ਪ੍ਰਚੂਨ ਵਿੱਚ ਜਿਹੜਾ ਉਤਪਾਦ ਦੀ ਗੁਣਵੱਤਾ ਜਾਂ ਫਿਜ਼ੀਕਲ ਐਵੀਡੈਂਸ ਤੋਂ ਭਾਵ ਹੈ ਕਿ ਕਿਸੇ ਵੀ ਉਤਪਾਦ ਦੀ ਜਿਹੜੀ ਗੁਣਵੱਤਾ ਹੈ ਉਹ ਕਸਟਮਰ ਦੇ ਵੱਲੋਂ ਉਸ ਉਤਪਾਦ ਨੂੰ ਛੋਹ ਕੇ ਜਾਂ ਉਸ ਉਤਪਾਦ ਨੂੰ ਆਪਾਂ ਕਹਿ ਲਈਏ ਕਿ ਟਰਾਈ ਕਰਕੇ ਜਾਂ ਉਸ ਦਾ ਡੈਮੋ ਲੈ ਕੇ ਹੀ ਪੂਰੀ ਕੀਤੀ ਜਾਂਦੀ ਹੈ। ਫਿਜ਼ੀਕਲ ਐਵੀਡੈਂਸ ਹੋਣ ਦੇ ਨਾਲ ਹੀ ਜਿਹੜਾ ਗਾਹਕ ਦੇ ਮਨ ਦੇ ਵਿੱਚ ਉਸ ਪ੍ਰੋਡਕਟ ਦੇ ਪ੍ਰਤੀ ਜਿਹੜਾ ਹਾਂ ਪੱਖੀ ਰਵੱਈਆ ਅਪਣਾਇਆ ਜਾ ਸਕਦਾ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਸਟਮਰ ਨੂੰ ਫ੍ਰੀ ਆਫ ਕਾਸਟ ਜਿਹੜੀ ਸਰਵਿਸਿਜ਼ ਅਵੇਲੇਬਲ ਕਰਵਾਈ ਜਾਂਦੀ ਹੈ ਪ੍ਰਚੂਨਕਾਰ ਵੱਲੋਂ। ਇਹਦੇ ਨਾਲ ਕੀ ਹੁੰਦਾ ਕਿ ਕਸਟਮਰ ਹੈ ਜਿਹੜਾ ਹੋਰ ਅਟਰੈਕਟ ਹੁੰਦਾ ਕਿ ਉਹ ਉਸ ਪ੍ਰੋਡਕਟ ਨੂੰ ਖਰੀਦਣ ਦੇ ਲਈ ਹੋਰ ਉਤਸ਼ਾਹਿਤ ਹੋਵੇ ਅਤੇ ਉਹਦੀ ਜਿਹੜੀ ਪ੍ਰੋਡਕਟ ਦੇ ਵੱਲ ਜਿਹੜੀ ਉਹਦਾ ਵਿਸ਼ਵਾਸ ਹੋਰ ਪੈਦਾ ਹੋ ਜਾਂਦਾ, ਕੁਆਲਿਟੀ ਵਾਈਜ਼ ਵੀ ਹੈ ਜਿਹੜਾ ਉਹਦਾ ਉਹ ਜਿਹੜਾ ਵਿਸ਼ਵਾਸ ਹੈ ਉਹ ਦ੍ਰਿੜ ਹੋ ਜਾਂਦਾ ਹੈ। ਇਸ ਦੇ ਨਾਲ ਹੀ ਜਿਹੜਾ ਸਾਡਾ ਸੈਸ਼ਨ ਨੰਬਰ 5 ਉਹ ਕੰਪਲੀਟ ਹੋ ਜਾਂਦਾ ਹੈ ਅਤੇ ਅਸੀਂ ਇਸ ਪੂਰੇ ਯੂਨਿਟ ਨੂੰ ਕੰਪਲੀਟ ਕਰ ਲੈਂਦੇ ਹਾਂ। ਧੰਨਵਾਦ।